ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਵੱਲੋਂ ਕੀਤੀ ਗਈ ਸਰਹੰਦ ਫਤਿਹ ਦੇ ਪਰਥਾਏ ਆਪਾਂ ਕੁਝ ਵਿਚਾਰਾਂ ਦੀ ਸਾਂਝ ਕਰਦੇ ਪਏ ਹਾਂ, ਜਿੱਥੇ ਆਪਾਂ ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਮੌਕੇ ਬਣਾਈ ਗਈ ਜੋ ਫਿਲਮ ਸੀ ਉਹ ਦੇਖੀ। ਉਸ ਤੋਂ ਬਾਅਦ ਵੀ ਕੁਝ ਵਿਚਾਰਾਂ ਆਪਾਂ ਗੁਰੂ ਪਾਤਸ਼ਾਹ ਜੀ ਦੀ ਜੋ ਮਿਲਣੀ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਤੇ ਫਿਰ ਕਿਸ ਢੰਗ ਦੇ ਨਾਲ ਉਹ ਪਰਿਵਰਤਿਤ ਹੁੰਦੇ ਨੇ। ਇੱਕ ਬੈਰਾਗੀ ਤੋਂ ਇੱਕ ਜਰਨੈਲ ਬਣਾ ਕੇ ਕਿਸ ਢੰਗ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਤੋਰਦੇ ਨੇ। ਕੁਝ ਅਸੀਂ ਪਿਛਲੇ ਆਪਣੇ ਐਪੀਸੋਡ ਦੇ ਵਿੱਚ ਵਿਚਾਰਿਆ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਸ ਢੰਗ ਦੇ ਨਾਲ ਉਹਨਾਂ ਨੂੰ ਵਿਦਾ ਕੀਤਾ, ਤੇ ਉਹਦੇ ਵਿੱਚ ਇੱਕ ਹੋਰ ਅਹਿਮ ਘਟਨਾ ਜਿਹਨੇ ਕਿ ਇੱਕਦਮ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਜਬੂਰ ਕੀਤਾ ਕਿ ਉਹ ਆਪਣਾ ਉਹ ਨੇਰ ਨਾਲ ਤਿਆਗ ਕਰਕੇ, ਕਿਉਂਕਿ ਉਹਦੀ ਖਿੱਚ ਸੀ ਮੈਂ ਹਰਦਮ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੇਵਾ ਦੇ ਵਿੱਚ ਰਵਾਂ, ਦਰਸ਼ਨ ਕਰਾਂ, ਉਹਨਾਂ ਤੋਂ ਅਸਲੀ ਸੱਚ ਦਾ ਗਿਆਨ ਮੈਂ ਹਾਸਲ ਕਰਾਂ। ਪਰ ਜਿਹੜੀ ਘਟਨਾ ਉੱਥੇ ਵਾਪਰੀ ਉਸ ਸਮੇਂ ਦੌਰਾਨ, ਜੋ ਪਠਾਨ ਭੇਜੇ ਹੋਏ ਸਨ ਵਜ਼ੀਰ ਖਾਨ ਨੇ, ਉਹਨਾਂ ਨੇ ਜੋ ਗੁਰੂ ਕਲਗੀਧਰ ਪਾਤਸ਼ਾਹ ਤੇ ਵਾਰ ਕੀਤਾ। ਕਿਉਂਕਿ ਇੱਕ ਗੱਲ ਆਪਾਂ ਜਾਣਦੇ ਹਾਂ ਕਿ ਬਹਾਦਰ ਸ਼ਾਹ ਦੇ ਨਾਲ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜੋ ਉਹਨੇ ਮਦਦ ਮੰਗੀ ਤੇ ਮਹਾਰਾਜ ਨੇ ਉਸ ਨੂੰ ਮਦਦ ਦਿੱਤੀ। ਉਸ ਤੋਂ ਬਾਅਦ ਉਸਨੇ ਬੜਾ ਅਦਬ ਸਤਿਕਾਰ ਕੀਤਾ ਗੁਰੂ ਸਾਹਿਬ ਦਾ, ਤੇ ਇੱਕ ਸੰਧੀ ਵੀ ਹੋਈ ਜਿਹੜੀ ਕਿ ਬਾਅਦ ਦੇ ਵਿੱਚ ਬਿਲਕੁਲ ਸਿਰੇ ਨਹੀਂ ਲੱਗ ਸਕੀ। ਉਹਦੀਆਂ ਗੱਲਾਂ ਬਾਤਾਂ ਤਾਂ ਤੈਅ ਹੋ ਗਈਆਂ ਸੀ, ਤੇ ਉਸ ਦੇ ਵਿੱਚ ਇੱਕ ਅਹਿਮ ਗੱਲ ਇਹ ਵੀ ਸੀ ਕਿ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਬਣਦੀਆਂ ਟੁਕੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ। ਇਹ ਸਾਰੀਆਂ ਗੱਲਾਂ ਵਜ਼ੀਰ ਖਾਨ ਤੱਕ ਵੀ ਪਹੁੰਚੀਆਂ ਸੀ, ਕਿਉਂਕਿ ਚੋਰ ਨੂੰ ਆਪਣਾ ਪਾਲਾ ਹੁੰਦਾ। ਚੋਰ ਹਮੇਸ਼ਾ ਹੀ ਭਾਵੇਂ ਪੁਲਿਸ ਵੈਸੇ ਲੰਘ ਰਹੀ ਹੋਏ ਲਾਗੋਂ ਦੀ, ਤੇ ਉਹਨੂੰ ਘਬਰਾਹਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਕਿ ਇਹ ਮੇਰੇ ਮਗਰ ਹੀ ਆਈ ਹੈ। ਤੇ ਉਹਨੇ ਤਾਂ ਜੋ ਪਾਪ ਕੀਤੇ ਸੀ, ਪਾਪੀ ਨੂੰ ਪਤਾ ਹੁੰਦਾ ਕਿ ਜਿਹੜੇ ਮੈਂ ਕੰਡੇ ਬੀਜੇ ਨੇ ਕਿਸੇ ਦਿਨ ਮੈਨੂੰ ਹੀ ਚੁਭਣੇ ਨੇ। ਸੋ ਵਜ਼ੀਰ ਖਾਂ ਇਸ ਗੱਲ ਤੋਂ ਡਰ ਗਿਆ ਸੀ ਕਿ ਜੇ ਬਾਦਸ਼ਾਹ ਦੇ ਨਾਲ ਇਹਨਾਂ ਦੀ ਸੰਧੀ ਜਿਹੜੀ ਹੈ ਹੋ ਜਾਂਦੀ ਹੈ, ਤੇ ਸਭ ਤੋਂ ਪਹਿਲਾਂ ਮੈਨੂੰ ਜਿਹੜਾ ਹੈ ਸਜ਼ਾਵਾਂ ਮਿਲਣਗੀਆਂ। ਸੋ ਉਹਨੇ ਆਪਣੇ ਢੰਗ ਦੇ ਨਾਲ, ਜਿਵੇਂ ਕਿ ਛਾਤਰ ਦਿਮਾਗ ਲੋਕ ਕਰਦੇ ਨੇ, ਉਹਨੇ ਦੋ ਜਿਹੜੇ ਪਠਾਨ ਸੀਗੇ ਉਹ ਉੱਥੋਂ ਹੀ ਗੁਰੂ ਸਾਹਿਬ ਜੀ ਦੇ ਪਿੱਛੇ ਲਗਾ ਦਿੱਤੇ ਸੀ ਕਿ ਸਮਾਂ ਪਾ ਕੇ ਇਹ ਉਹਨਾਂ ਨੂੰ ਦੀ ਹੱਤਿਆ ਕਰ ਦੇਣ ਜਾਂ ਜੋ ਵੀ ਨੁਕਸਾਨ ਉਹ ਕਰਨਾ ਚਾਹੁਣ ਜਿਸ ਢੰਗ ਦੇ ਨਾਲ ਵੀ। ਪਰ ਇੱਕ ਗੱਲ ਇੱਥੇ ਬੜੀ ਸਾਡੇ ਸਾਹਮਣੇ ਆਉਂਦੀ ਹੈ, ਕਿਉਂਕਿ ਕੁਝ ਇਤਿਹਾਸਕਾਰਾਂ ਨੇ ਲਿਖਿਆ ਕਿ ਇਹ ਪਹਿਲਾਂ ਦਿੱਲੀ ਗਏ ਨੇ ਮਾਤਾ ਸੁੰਦਰੀ ਜੀ ਕੋਲ, ਉੱਥੋਂ ਇਹਨਾਂ ਨੇ ਦੱਖਣ ਦਾ ਪਤਾ ਲੈ ਕੇ ਤੇ ਫਿਰ ਦੱਖਣ ਪਹੁੰਚੇ ਨੇ। ਇਸ ਗੱਲ ਤੋਂ ਐਵੇਂ ਮਹਿਸੂਸ ਹੁੰਦਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਪਹਿਲਾਂ ਵੀ ਗੁਰੂ ਘਰ ਦੇ ਨਾਲ ਸੰਬੰਧਿਤ ਰਹੇ ਹੋਣਗੇ, ਕਿਉਂਕਿ ਇਸ ਢੰਗ ਐਵੇਂ ਕਿਸੇ ਦਾ ਮਾਤਾ ਸੁੰਦਰੀ ਜੀ ਕੋਲ ਜਾਣਾ ਤੇ ਉੱਥੋਂ ਮਹਾਰਾਜ ਦਾ ਦੱਖਣ ਦਾ ਪਤਾ ਲੈਣਾ, ਤੇ ਦੱਖਣ ਆ ਕੇ ਵੀ ਆਮ ਦੀਵਾਨ ਦੇ ਵਿੱਚ ਹਾਜ਼ਰੀ ਭਰਨੀ। ਸੋ ਐਵੇਂ ਮਹਿਸੂਸ ਹੁੰਦਾ ਕਿ ਇਹ ਕੁਝ ਨਾ ਕੁਝ ਪਹਿਲਾਂ ਵੀ ਕੋਈ ਨਿਕਟ ਵਰਤੀ ਰਹੇ ਹੋਣਗੇ, ਜਾਂ ਪਹਿਲਾਂ ਵੀ ਕੋਈ ਸੂਈਏ ਦੇ ਤੌਰ ਤੇ, ਜਾਂ ਇਹ ਹੁਣ ਇਹਦੇ ਬਾਰੇ ਕੋਈ ਪ੍ਰਤੱਖ ਤਾਂ ਨਹੀਂ, ਪਰ ਇਹ ਗੱਲ ਜ਼ਰੂਰ ਲੱਗਦੀ ਹੈ ਕਿ ਜਿਸ ਢੰਗ ਦੇ ਨਾਲ ਇਹ ਗੁਰੂ ਸਾਹਿਬ ਤੱਕ ਪਹੁੰਚ ਪਾਏ, ਤੇ ਇੱਕ ਦਿਨ ਸਮਾਂ ਪਾ ਕੇ ਜਦੋਂ ਉਹ ਮੌਕੇ ਦੀ ਤਾੜ ਦੇ ਵਿੱਚ ਸੀਗਾ, ਤੇ ਉਹਨੇ ਇੱਕ ਖੰਜਰ ਦਾ ਵਾਰ ਜਿਹੜਾ ਸੀ ਕੀਤਾ। ਆਪਣੇ ਵੱਲੋਂ ਤਾਂ ਉਹਨੇ ਦਿਲ ਦੇ ਉੱਪਰ ਵਾਰ ਕਰਨਾ ਚਾਹਿਆ, ਪਰ ਉਹ ਥੋੜਾ ਨਿਸ਼ਾਨਾ ਨਾ ਉਹਦਾ ਸਹੀ ਵੱਜਾ, ਉਹ ਹੇਠਾਂ ਹੋ ਗਿਆ ਵਾਰ। ਪਰ ਗੁਰੂ ਸਾਹਿਬ ਨੇ ਆਪਣੇ ਕਟਾਰ ਦੇ ਨਾਲ ਉਹਨੂੰ ਜੋ ਹੈ
ਉਹਨੂੰ ਪਾਰ ਬੁਲਾਇਆ ਤੇ ਜਿਹੜਾ ਦੂਜਾ ਸਾਥੀ ਸੀ ਜਿਹੜਾ ਭੱਜ ਰਿਹਾ ਸੀ ਮੌਕੇ ਤੇ ਉਹਨੂੰ ਸਿੰਘਾਂ ਨੇ ਫੜ ਕੇ ਤੇ ਉਹਨੂੰ ਵੀ ਖਤਮ ਕਰ ਦਿੱਤਾ। ਪਰ ਇਸ ਘਟਨਾ ਨੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਪੂਰਨ ਉਸ ਵੇਲੇ ਸ਼ਰਧਾ ਦੇ ਵਿੱਚ ਬੜੇ ਹੀ ਭਾਵਨੀ ਦੇ ਵਿੱਚ ਸੀ ਤੇ ਉਹਦੇ ਇਸ਼ਟ ਦੇ ਉੱਪਰ ਇਸ ਢੰਗ ਦੇ ਨਾਲ ਉਹਦੇ ਹੀ ਖੇਤਰ ਦੇ ਵਿੱਚ ਆ ਕੇ ਅਟੈਕ ਹੋਣਾ ਤੇ ਉਸ ਦਾ ਜਿਹੜਾ ਅੰਦਰ ਦਾ ਉਹ ਜਿਹੜਾ ਭਾਂਬੜ ਸੀਗਾ, ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਕਿ ਜਵਾਲਾਮੁਖੀ, ਉਹਦਾ ਅੰਦਰ ਦਾ ਜਿਹੜਾ ਸੀ ਉਹ ਫਟਣਾ ਸ਼ੁਰੂ ਹੋ ਗਿਆ। ਕਿਉਂਕਿ ਉਸ ਦਾ ਜੋ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਪਿਆਰ ਬਣ ਚੁੱਕਾ ਸੀ। ਆਪਾਂ ਪਿਛਲੇ ਐਪੀਸੋਡ 'ਚ ਸਾਰਾ ਵਾਚਿਆ ਕਿ ਉਹ ਪੂਰਨ ਰੂਪ ਵਿੱਚ ਪਹਿਲਾਂ ਤਾਂ ਵੈਸੇ ਵੈਰਾਗੀ ਸੀਗਾ, ਪਰ ਹੁਣ ਪਿਆਰ ਉਹਦਾ ਨੇਹ ਦੇ ਵਿੱਚ ਵੈਰਾਗ ਹੋ ਗਿਆ। ਕਿਉਂਕਿ ਗੁਰਮਤ ਦੇ ਵਿੱਚ ਵੈਰਾਗ ਜਿਹੜਾ ਉਹ ਧਰਮ ਦੀ ਮੰਜ਼ਿਲ ਨਹੀਂ ਹੈ, ਪਰ ਇੱਕ ਬਹੁਤ ਵਧੀਆ ਰਸਤੇ ਦਾ ਪੜਾਅ ਜ਼ਰੂਰ ਹੈ। ਸੋ ਇਹ ਰਸਤਾ ਹੈ ਵੈਰਾਗ ਦੇ ਨਾਲ, ਪਿਆਰ ਦੇ ਨਾਲ, ਖਿੱਚ ਦੇ ਨਾਲ, ਗੁਰੂ ਦੇ ਨਾਲ ਆਪਣੀ ਜਿਹੜੀ ਹੈ ਭਾਵਨਾ ਜੋੜਨੀ। ਸੋ ਹੁਣ ਇਸ ਢੰਗ ਦਾ ਵੈਰਾਗੀ ਹੋਇਆ ਪਿਆ ਸੀ। ਐਸੇ ਵਿੱਚ ਹੁਣ ਇਹ ਜਿਹੜੀ ਘਟਨਾ ਵਾਪਰੀ ਇਹਨੇ ਉਹਨੂੰ ਇੱਕਦਮ ਮਜਬੂਰ ਕੀਤਾ ਕਿ ਹਾਂ, ਇਹ ਜਿਹੜੇ ਦੋਖੀ ਇੱਥੇ ਤੱਕ ਆਣ ਕੇ ਗੁਰੂ ਸਾਹਿਬ ਦਾ ਪਿੱਛਾ ਕਰਦੇ ਪਏ ਨੇ, ਹੁਣ ਮੈਂ ਇਹਨਾਂ ਨੂੰ ਨਹੀਂ ਛੱਡਾਂਗਾ। ਸੋ ਇਸ ਢੰਗ ਦੇ ਨਾਲ ਉਹਦੇ ਮਨ ਦੇ ਵਿੱਚ, ਕਿਉਂਕਿ ਭਾਵਨਾ ਤਾਂ ਉਹਦੇ ਮਨ 'ਚ ਪਹਿਲਾਂ ਵੀ ਸੀ, ਆਪਾਂ ਪਿੱਛੇ ਸਾਰੀ ਵਿਚਾਰਿਆ ਕਿ ਉਹ ਚਾਹੁੰਦਾ ਸੀ ਕਿ ਮਹਾਰਾਜ ਮੈਨੂੰ ਹੁਕਮ ਦੇਣ ਤੇ ਮੈਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜ਼ੁਲਮ ਦੀ ਹਨੇਰੀ ਚਲਾਈ ਪਈ ਹੈ, ਮੈਂ ਉਹਨਾਂ ਨੂੰ ਜਾ ਕੇ ਖਤਮ ਕਰਾਂ, ਉਹਨਾਂ ਨੂੰ ਸਜ਼ਾਵਾਂ ਦੇਵਾਂ। ਸੋ ਇੱਕ ਜਿਹਨੂੰ ਕਹਿੰਦੇ ਨੇ ਇਮੀਡੀਏਟ ਕਾਜ਼ ਬਣਿਆ, ਇੱਕਦਮ ਜਿਹੜਾ ਕਾਰਨ ਬਣਿਆ, ਉਹ ਇਹ ਘਟਨਾ ਵਾਪਰੀ। ਸੋ ਜਿਵੇਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਕਿ ਜੇ ਇਸ ਢੰਗ ਦੇ ਨਾਲ ਗੁਰੂ ਸਾਹਿਬ ਜ਼ਖਮੀ ਹਾਲਤ ਵਿੱਚ ਨਾ ਹੁੰਦੇ ਤੇ ਕਾਫੀ ਇਤਿਹਾਸਕ ਵੇਰਵਿਆਂ ਤੋਂ ਵੀ ਪ੍ਰਾਪਤ ਹੁੰਦਾ ਕਿ ਗੁਰੂ ਸਾਹਿਬ ਵਾਪਸ ਆਉਣਾ ਚਾਹੁੰਦੇ ਸਨ, ਨੰਦੇੜ ਤੋਂ ਇੱਧਰ ਨੂੰ ਵਾਪਸ ਆਉਣਾ ਚਾਹੁੰਦੇ ਸਨ ਪੰਜਾਬ ਵੱਲ ਨੂੰ। ਕੁਝ ਹੁਕਮਨਾਮਿਆਂ ਦੇ ਵਿੱਚ ਵੀ ਅਜਿਹਾ ਜ਼ਿਕਰ ਮਿਲਦਾ ਹੈ, ਪਰ ਇਸ ਸਮੇਂ ਦੀ ਖੇਡ ਸੀ ਜਾਂ ਗੁਰੂ ਕਲਗੀਧਰ ਦੀ ਆਪਣੀ ਮੌਜ, ਕਿਉਂਕਿ ਉਹਨਾਂ ਦੇ ਕੀ ਚੋਸ ਸੀ, ਸਾਰਾ ਕੁਝ ਨਿਸ਼ਚਿਤ ਹੁੰਦਾ ਹੈ। ਪਟਨੇ ਦੇ ਵਿੱਚ ਉਹਨਾਂ ਦਾ ਅਵਤਾਰ ਧਾਰਨ ਕਰਨਾ, ਆਨੰਦਪੁਰ ਸਾਹਿਬ ਉਹਨਾਂ ਦੀ ਕਰਮਸਥਲੀ, ਪਾਉਂਟਾ ਸਾਹਿਬ ਉਹਨਾਂ ਦੀ ਕਰਮਸਥਲੀ ਬਣਿਆ, ਫਿਰ ਹੋਰ ਜਿਹੜੇ ਸਥਾਨ ਨੇ, ਚਾਹੇ ਮੁਕਤਸਰ ਸਾਹਿਬ ਹੈ, ਚਾਹੇ ਦਮਦਮਾ ਸਾਹਿਬ ਹੈ, ਫਿਰ ਦਿੱਲੀ ਦੇ ਵਿੱਚ ਸਥਾਨ ਨੇ, ਤੇ ਹੁਣ ਜਿਹੜਾ ਸ਼੍ਰੀ ਹਜ਼ੂਰ ਸਾਹਿਬ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ। ਸੋ ਗੁਰੂ ਸਾਹਿਬ ਜੀ ਦੀ ਇਹ ਜਿਹੜੀ ਲੀਲਾ, ਇਸ ਨੂੰ ਪੂਰਨ ਰੂਪ ਵਿੱਚ ਤਾਂ ਆਪਾਂ ਬਿਆਨ ਨਹੀਂ ਕਰ ਸਕਦੇ, ਪਰ ਇਹ ਜ਼ਰੂਰ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਫਿਰ ਜਿਸ ਢੰਗ ਦੇ ਨਾਲ ਪੰਜ ਸਿੰਘ, ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਬਾਬਾ ਬਾਜ ਸਿੰਘ ਜੀ, ਬਾਬਾ ਦਇਆ ਸਿੰਘ ਜੀ ਤੇ ਬਾਬਾ ਰਣ ਸਿੰਘ ਜੀ, ਇਹ ਸਿੰਘ ਜਿਹੜੇ ਨੇ ਨਾਲ ਭੇਜੇ ਨੇ, ਤੇ 20-25 ਸਿੰਘ ਜਿਹੜੇ ਹੋਰ ਸੀ ਸੂਰਬੀਰ ਯੋਧੇ ਸੀ ਜਿਹੜੇ ਗੁਰੂ ਸਾਹਿਬ ਜੀ ਦੇ, ਉਹ ਨਾਲ ਚੱਲ ਪਏ ਨੇ। ਸੋ ਸਾਰੀਆਂ ਹਦਾਇਤਾਂ ਜਿਹੜੀਆਂ ਆਪਾਂ ਪਿੱਛੇ ਵੀ ਵਿਚਾਰੀਆਂ, ਇੱਕ ਮਨ ਦੇ ਵਿੱਚ ਇੱਕ ਵਲਵਲਾ ਲੈ ਕੇ ਚੱਲਦੇ ਆ, ਕਿਉਂਕਿ ਆਪਾਂ ਜਾਣਦੇ ਹਾਂ ਕਿ ਮਾਧੋ ਦਾ ਸਭ ਕੁਝ ਤਿਆਗ ਕੇ ਉੱਥੇ ਬੈਠਾ ਹੋਇਆ ਸੀ। ਉਹਨੇ ਆਪਣਾ ਪਿਛਲਾ ਜੱਦੀ ਪੁਸ਼ਤੀ ਘਰ ਵੀ ਛੱਡਿਆ ਹੋਇਆ ਸੀ, ਚੰਗੇ ਖਾਨਦਾਨ ਚੋਂ ਸੀ, ਚੰਗਾ ਆਪਾਂ ਸਾਰੇ ਜਾਣਦੇ ਹਾਂ ਉਹ ਬਚਪਨ ਦਾ ਉਹ ਮਾਹੌਲ ਤੇ ਉਹ ਜਿਵੇਂ ਸ਼ਿਕਾਰ ਖੇਡਣਾ, ਪਰ ਉਹ ਸਾਰਾ ਕੁਝ ਛੱਡ ਕੇ ਬੈਠਾ ਹੋਇਆ ਸੀ। ਠੀਕ ਹੈ, ਉਹ ਹੁਣ ਆਪਣੇ ਇੱਕ ਵੱਖਰੇ ਜਿਹੇ ਨਜ਼ਾਰੇ ਦੇ ਵਿੱਚ ਸੀ ਕਿ ਹਾਂ ਮੇਰੇ ਕੋਲ ਰਿੱਧੀਆਂ ਸਿੱਧੀਆਂ ਆ ਗਈਆਂ ਨੇ ਤੇ ਮੈਂ ਹੁਣ ਆਪਣੇ ਕੋਲ ਜਿਹੜੀਆਂ ਵਸ ਕੀਤੀਆਂ ਸਿੱਧੀਆਂ ਨੇ ਉਹਨਾਂ ਦੇ ਰਾਹੀਂ ਮੈਂ ਬਾਕੀਆਂ ਨੂੰ ਮੈਂ ਦਬਲ ਸਕਦਾ ਜਾਂ ਉਹਨਾਂ ਨੂੰ ਹਿੱਠੀ ਕਰ ਸਕਦਾ। ਸੋ ਇਸ ਖੇਡ ਜੀ ਦੇ ਵਿੱਚ ਪੈ ਗਿਆ ਸੀ। ਪਰ ਅਦਰਵਾਈਜ਼ ਜੇ ਆਪਾਂ ਦੇਖੀਏ ਤੇ ਉਹ ਕੋਈ ਰਾਜ ਸੱਤਾ ਬਣਾਉਣਾ ਜਾਂ ਇਹ ਸਾਰਾ ਕੁਝ ਕਰਨਾ, ਇਹ ਉਹਦੀ ਜ਼ਿੰਦਗੀ ਦਾ ਕੋਈ ਹਿੱਸਾ ਨਹੀਂ ਸੀ ਕਿ ਉਹ ਰਾਜਾ ਬਣਨਾ ਚਾਹੁੰਦਾ ਸੀ ਜਾਂ ਬਾਦਸ਼ਾਹ ਬਣਨਾ ਚਾਹੁੰਦਾ ਸੀ। ਉਸ ਦੀ ਜ਼ਿੰਦਗੀ ਦਾ ਕੋਈ ਟਾਰਗੇਟ ਨਹੀਂ ਸੀ। ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖੀ ਧਾਰਨ ਕਰਨ ਤੋਂ ਬਾਅਦ, ਗੁਰੂ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ, ਉਹਦੇ ਸਿੱਖ ਇਤਿਹਾਸ ਸਰਵਣ ਕਰਕੇ ਉਹਦੇ ਮਨ 'ਚ ਜਿਹੜੀਆਂ ਗੱਲਾਂ ਆਈਆਂ ਉਹ ਜ਼ਰੂਰ ਆਪਾਂ ਇੱਥੇ ਸਾਰੀਆਂ ਦੇਖਦੇ ਹਾਂ। ਸੋ ਇਸ ਢੰਗ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਚੱਲੇ ਨੇ, ਇਹ ਸਾਰੇ ਸਿੰਘਾਂ ਦੇ ਨਾਲ ਚੱਲਦੇ ਨੇ ਲੁਕ ਛਿਪ ਕੇ, ਕਿਉਂਕਿ ਆਪਾਂ ਜਾਣਦੇ ਹਾਂ ਕਿ ਦੱਖਣ ਦੇ ਵਿੱਚ ਵੀ ਸਰਕਾਰੀ ਫੌਜਾਂ ਜਿਹੜੀਆਂ ਸੀ ਉਧਰ ਨੂੰ ਵੀ ਧਾਵੇ ਚੱਲਦੇ ਸੀ। ਸੋ ਇਸ ਢੰਗ ਦੇ ਨਾਲ ਬਚਦੇ ਬਚਾਉਂਦੇ ਜਿਹੜੇ ਨੇ ਇੱਧਰੋਂ ਚੱਲਦੇ ਚੱਲਦੇ ਦਿੱਲੀ ਦੇ ਨਜ਼ਦੀਕ ਤੱਕ ਜਿੱਥੇ ਪਹੁੰਚਦੇ ਨੇ, ਉੱਥੇ ਰਸਤੇ ਦੇ ਵਿੱਚ ਜਿਹੜੀ ਇੱਕ ਮੁੱਖ ਔਕੜ ਜਿਹੜੀ ਉਹਨਾਂ ਨੂੰ ਆਉਂਦੀ, ਕਿਉਂਕਿ
ਜਦੋਂ ਵੀ ਕੋਈ ਸਫ਼ਰ ਹੁੰਦਾ ਤੇ ਉਹਦੇ ਵਿੱਚ ਖਰਚੇ ਵਧੇਰੇ ਹੁੰਦੇ ਨੇ ਤੇ ਮਾਇਆ ਦੀ ਤੋਟ ਜਿੱਥੇ ਆ ਕੇ ਮਹਿਸੂਸ ਹੁੰਦੀ ਹੈ। ਆਪਾਂ ਉਹ ਫਿਲਮ ਦੇ ਵਿੱਚ ਵੀ ਦੇਖਿਆ ਸੀਗਾ, ਉਸ ਦੇ ਵਿੱਚ ਵੀ ਇਹ ਸੀਨ ਬਖੂਬੀ ਫਿਲਮਾਇਆ ਗਿਆ ਸੀ। ਤੇ ਇਹ ਜਿਹੜਾ ਬਕਾਇਦਾ ਤੌਰ ਤੇ ਪਰਤਪੁਰ ਦੇ ਨੇੜੇ ਇਹ ਅਸਥਾਨ ਦੇ ਉੱਤੇ ਇਹ ਅਰਦਾਸ ਕੀਤੀ ਗਈ। ਪੰਜ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਅਰਦਾਸ ਕੀਤੀ ਕਿ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਸੀ, ਕੋਈ ਔਕੜ ਆਏ ਤੇ ਅਰਦਾਸ ਕਰਨੀ। ਵੈਸੇ ਸਾਂਝਾ ਹੁਕਮ ਵੀ ਗੁਰੂ ਸਾਹਿਬ ਜੀ ਦਾ ਸਾਰਿਆਂ ਵਾਸਤੇ ਹੈ ਤੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸੋ ਇਹ ਸਾਡੇ ਸਾਰਿਆਂ ਵਾਸਤੇ ਵੀ ਹੈ, ਪਰ ਉਹਨਾਂ ਨੂੰ ਵਿਸ਼ੇਸ਼ ਰੂਪ 'ਚ ਕਿਉਂਕਿ ਇੱਕ ਮਿਸ਼ਨ ਦੇ ਕੇ ਭੇਜਿਆ ਸੀ, ਇੱਕ ਜਥੇਦਾਰੀ ਦੇ ਕੇ ਭੇਜਿਆ ਸੀ ਤੇ ਨਾਲ ਇਹ ਜਿਹੜੀਆਂ ਹਦਾਇਤਾਂ ਸੀ ਉਹਨਾਂ ਦੇ ਵਿੱਚ ਇਹ ਹਦਾਇਤ ਵੀ ਇੱਕ ਵਿਸ਼ੇਸ਼ ਸੀਗੀ ਕਿ ਤੁਸੀਂ ਲੋੜ ਪੈਣ ਦੇ ਉੱਤੇ ਇਸ ਢੰਗ ਦੇ ਨਾਲ ਅਰਦਾਸ ਕਰਨੀ। ਸੋ ਗੁਰੂ ਕਲਗੀਧਰ ਪਾਤਸ਼ਾਹ ਨੇ ਕਲਾ ਵਰਤਾਈ। ਉੱਥੋਂ ਨੇੜੇ ਦੇ ਜਿਹੜੇ ਸਿੰਘ ਵਿਚਰ ਰਿਹਾ ਸੀਗਾ, ਵਪਾਰੀ ਸਿੰਘ ਸੀਗਾ, ਉਹਨਾਂ ਨੇ ਆ ਕੇ ਜੋ ਹੈ ਦਸਵੰਧ ਦੀ ਮਾਇਆ ਜਿਹੜੀ ਆ ਉਹ ਭੇਟ ਕੀਤੀ ਹੈ ਤੇ ਉਹਦੇ ਨਾਲ ਕਾਫੀ ਹੱਥ ਜਿਹੜਾ ਸੀਗਾ ਥੋੜਾ ਸੌਖਾ ਹੋ ਗਿਆ, ਕਿਉਂਕਿ ਹਰ ਕਾਰਜ ਦੇ ਵਾਸਤੇ ਰਸਤੇ ਦੇ ਵਿੱਚ ਰਸਤਾ ਪਾਣੀ ਹੋਰ ਸਾਰਾ ਪ੍ਰਬੰਧ ਦੇਖਣਾ, ਇਹ ਸਭ ਕੁਝ ਵਾਸਤੇ ਮਾਇਆ ਜਿਹੜੀ ਹੈ ਉਹਦੀ ਵਰਤੋਂ ਹੁੰਦੀ ਹੈ। ਸੋ ਇਸ ਢੰਗ ਦੇ ਨਾਲ ਪਰਤਪੁਰ ਦੇ ਨੇੜੇ ਅਰਦਾਸ ਜਿਹੜੀ ਕੀਤੀ ਗਈ ਤੇ ਉਹ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ। ਸੋ ਇਹਦੇ ਨਾਲ ਹੋਰ ਭਰੋਸਾ ਵੱਧ ਗਿਆ, ਜਿਹੜੇ ਨਾਲ ਸੰਗਤ ਚੱਲੀ ਆ ਰਹੀ ਸੀ ਉਹਨਾਂ ਦੇ ਵੀ ਭਰੋਸੇ ਵਧੇ। ਇੱਕ ਗੱਲ ਇੱਥੇ ਸਾਡੇ ਸਾਹਮਣੇ ਆਉਂਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਬਿਲਕੁਲ ਸ਼ਾਂਤ ਆਏ ਨੇ, ਕੋਈ ਉਹਨਾਂ ਦੀ ਕੋਈ ਹੋਰ ਗਤੀਵਿਧੀ ਨਹੀਂ ਸੀ। ਦਿੱਲੀ ਤੋਂ ਇੱਥੋਂ ਅੱਗੇ ਪਾਰ ਕਰਦੇ ਹਾਂ, ਕਿਉਂਕਿ ਪੰਜਾਬ ਉਦੋਂ ਦਿੱਲੀ ਤੱਕ ਹੁੰਦਾ ਸੀਗਾ। ਸੋ ਜਿਵੇਂ ਹੀ ਉਹ ਦਿੱਲੀ ਉਹਨਾਂ ਨੇ ਪਾਰ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਆਪਣੇ ਟਰੈਵਲ ਕਰਨ ਦੀ ਸਪੀਡ ਸੀ ਉਹ ਸਲੋ ਕਰ ਲਈ, ਕਿਉਂਕਿ ਯੁੱਧ ਨੀਤੀਆਂ ਹੁਣ ਧਿਆਨ ਦੇ ਵਿੱਚ ਰੱਖ ਕੇ ਅੱਗੇ ਚੱਲਣ ਦਾ ਸਮਾਂ ਸੀ। ਸੋ ਉਹਨਾਂ ਨੇ ਹੌਲੀ ਹੌਲੀ ਪੜਾਅ ਦਰ ਪੜਾਅ ਅੱਗੇ ਵਧਣਾ ਸ਼ੁਰੂ ਕੀਤਾ। ਨਾਲ ਹੀ ਕਿਉਂਕਿ ਹਕੂਮਤ ਦੀਆਂ ਜਿਹੜੀਆਂ ਫੌਜਾਂ ਸੀ ਉਹ ਵੀ ਇੱਥੇ ਨਜ਼ਦੀਕ ਸੀ। ਸੋ ਇਸ ਢੰਗ ਦੇ ਨਾਲ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੋ ਹਨ ਉਹ ਛੋਟੇ ਛੋਟੇ ਪੜਾਅ ਕਰਦੇ ਹੋਏ ਹੌਲੀ ਹੌਲੀ ਅੱਗੇ ਵੱਧ ਰਹੇ ਨੇ ਤੇ ਆਮ ਜਿਹੜੀਆਂ ਸੰਗਤਾਂ ਨੇ ਉਸ ਇਲਾਕੇ ਦੀਆਂ ਉਹਨਾਂ ਦੇ ਵਿੱਚ ਇੱਕ ਭਰੋਸਾ, ਇੱਕ ਸ਼ਰਧਾ ਜਿਹੜੀ ਆ ਉਹ ਜਗਾ ਰਹੇ ਨੇ, ਕਿਉਂਕਿ ਆਲੇ ਦੁਆਲੇ ਜਿਹੜੀਆਂ ਸੰਗਤਾਂ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਭੇਜੇ ਹੋਏ ਉਹਨਾਂ ਦੇ ਨੁਮਾਇੰਦੇ ਆਏ ਨੇ, ਜਥੇਦਾਰ ਆਏ ਨੇ, ਤੇ ਉਹ ਸਾਰੇ ਬੜਾ ਸਤਿਕਾਰ ਕਰਦੇ ਨੇ, ਕਿਉਂਕਿ ਗੁਰੂ ਪਾਤਸ਼ਾਹ ਇਸ ਖੇਤਰ ਦੇ ਵਿੱਚੋਂ ਪਹਿਲਾਂ ਵੀ ਗੁਜ਼ਰੇ ਸੀ। ਸਾਰਾ ਇਹ ਖੇਤਰ ਹੀ ਗੁਰੂ ਘਰ ਦੇ ਪ੍ਰਭਾਵ ਅਧੀਨ ਜਿਹੜਾ ਪਹਿਲਾਂ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਨਾਨਕ ਪਿਆ ਗੁਰਦੁਆਰਾ ਸਾਹਿਬ ਦਿੱਲੀ ਦੇ ਆਲੇ ਦੁਆਲੇ ਸਾਰਾ ਕੁਝ ਕਾਫੀ ਕੁਝ ਆਪਾਂ ਨੂੰ ਇਤਿਹਾਸਕ ਜੋ ਹੈ ਸਥਾਨ ਪ੍ਰਾਪਤ ਹੁੰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੀ ਇਸ ਖੇਤਰ ਦੇ ਵਿੱਚ। ਇਸ ਢੰਗ ਦੇ ਨਾਲ ਸੰਗਤਾਂ ਜਿਹੜੀਆਂ ਨੇ ਫਿਰ ਉਹਨਾਂ ਦੇ ਦਰਸ਼ਨਾਂ ਦੇ ਵਾਸਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬੇਨਤੀਆਂ ਕਰਦੀਆਂ ਨੇ ਸੰਗਤਾਂ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਵਾਸਤੇ ਅਰਦਾਸ ਕਰਦੇ ਨੇ, ਖੁਸ਼ੀਆਂ ਦਿੰਦੇ ਨੇ। ਇੱਕ ਉਹਨਾਂ ਦੇ ਪਰਥਾਏ ਬੜਾ ਸੀ ਕਿ ਉਹ ਬੜੇ ਖੁੱਲ੍ਹ ਦਿਲੀ ਦੇ ਨਾਲ ਵਿਚਰਦੇ ਸਨ। ਇਤਿਹਾਸ ਦੇ ਵਿੱਚ ਵੇਰਵੇ ਪ੍ਰਾਪਤ ਹੁੰਦੇ ਨੇ ਕਿ ਉਹਨਾਂ ਦੇ ਕੋਲ ਸੋਨੇ ਦੀਆਂ ਮੋਹਰਾਂ ਦੇ ਜਿਹੜਾ ਢੇਰ ਲੱਗਾ ਹੁੰਦਾ ਸੀ, ਜਿਹੜੇ ਲੋੜਵੰਦ ਆਉਂਦੇ ਸੀ ਉਹਨਾਂ ਨੂੰ ਘੱਟੋ ਘੱਟ ਇੱਕ ਮੋਹਰ ਦਿੰਦੇ ਸੀ। ਸੋ ਇਸ ਢੰਗ ਦੇ ਨਾਲ ਉਹਨਾਂ ਦਾ ਬੜਾ ਪ੍ਰਭਾਵ ਖੇਤਰ ਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਭੇਜੇ ਹੋਏ ਆਏ ਨੇ ਤੇ ਇਹ ਇੱਥੇ ਦੁਖੀਆਂ ਦੀ ਜਿਹੜੇ ਦੁੱਖ ਦੂਰ ਕਰਨ ਦੇ ਵਾਸਤੇ ਆਏ ਨੇ। ਸੋ ਇਸ ਢੰਗ ਦੇ ਨਾਲ ਜਿਹੜੇ ਦੁਖੀ ਲੋਕ ਸਨ ਉਹਨਾਂ ਤੱਕ ਆਉਣੇ ਸ਼ੁਰੂ ਹੋ ਗਏ। ਉਹਨਾਂ ਦੀਆਂ ਮੁਸ਼ਕਿਲਾਂ ਉਹਨਾਂ ਨੇ ਹੱਲ ਕਰਨੀਆਂ ਜਿਹੜੀਆਂ ਸੀ ਉਹ ਸ਼ੁਰੂ ਕਰ ਦਿੱਤੀਆਂ। ਇੱਥੇ ਇੱਕ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਕਿ ਇੱਕ ਦਿਨ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਪੜਾਅ ਕੀਤਾ ਹੋਇਆ ਸੀ। ਕੀ ਦੇਖਦੇ ਨੇ ਕਿ ਪਿੰਡ ਵਾਲੇ ਜਿਹੜੇ ਨੇ ਜਿਵੇਂ ਸ਼ਾਮ ਢਲਦੀ ਪਈ ਹੈ ਤੇ ਉਹ ਸਾਰੇ ਉੱਥੋਂ ਆਪਣਾ ਸਮਾਨ ਸਮੂਨ ਥੋੜ੍ਹਾ ਬਹੁਤਾ ਇਕੱਠਾ ਕਰਕੇ ਪਿੰਡੋਂ ਜਾਣ ਦੇ ਚੱਕਰ ਦੇ ਵਿੱਚ ਸਿੰਘ ਦੇਖਦੇ ਨੇ ਤੇ ਉਹ ਆਣ ਕੇ ਬਾਬਾ ਜੀ ਨੂੰ ਸੂਚਿਤ ਕਰਦੇ ਨੇ ਕਿ ਬਾਬਾ ਜੀ ਐਵੇਂ ਦਾ ਮਾਹੌਲ ਜਿਹਾ ਬਣਿਆ ਹੈ ਤੇ ਆਪ ਪਿੰਡ ਵਾਲੇ ਆਪ ਕਿਤੇ ਜਾ ਰਹੇ ਨੇ ਤੇ ਪਤਾ ਕਰਦੇ ਨੇ ਤੇ ਉਹ ਪਤਾ ਲੱਗਦਾ ਕਿ ਇੱਥੇ ਅੱਜ ਰਾਤ ਕੋਈ ਧਾੜਵੀਆਂ ਨੇ ਹਮਲਾ ਕਰਨਾ ਹੈ ਤੇ ਇਸ ਵਾਸਤੇ ਡਰਦੇ ਇਹ ਲੋਕ ਜਿਹੜੇ ਨੇ ਪਿੰਡ ਛੱਡ ਕੇ ਜਾ ਰਹੇ ਨੇ। ਸੋ ਬਾਬਾ ਬੰਦਾ ਸਿੰਘ ਬਹਾਦਰ ਉਹ ਤਾਂ ਮਿਸ਼ਨ ਇਹ ਲੈ ਕੇ ਆਏ ਸੀ ਕਿ ਪਾਪੀ ਕੋ ਦੰਡ ਦਿਓਏ। ਉਹਨਾਂ ਦੇ ਮਨ 'ਚ ਇਹੀ ਸੀਗਾ ਕਿ ਜਿਹੜੇ ਜ਼ੁਲਮ ਕਰਦੇ ਪਏ ਨੇ, ਜਿਹੜੇ ਪਰਜਾ ਦੇ ਉੱਤੇ ਅਤਿਆਚਾਰ ਕਰਦੇ ਨੇ, ਦੁਖੀ ਕਰਦੇ ਪਏ ਨੇ, ਉਹਨਾਂ ਦਾ ਖੁਰਾ ਖੋਜ ਮਿਟਾਉਣਾ।
ਸੋ ਉਹਨਾਂ ਨੇ ਮਨ ਵਿੱਚ ਆਇਆ ਕਿ ਲੱਗਦਾ ਕਿ ਇੱਥੋਂ ਆਰੰਭਤਾ ਹੋਣੀ ਚਾਹੀਦੀ ਹੈ। ਸੋ ਸਭ ਤੋਂ ਪਹਿਲੀ ਜਿਹੜੀ ਚਾਹੇ ਬਹੁਤ ਛੋਟੀ ਜਿਹੀ ਇੱਕ ਟਕਰਾਅ ਹੁੰਦਾ ਹੈ ਉਹਨਾਂ ਧਾੜਵੀਆਂ ਦੇ ਨਾਲ, ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਿੰਘਾਂ ਦਾ, ਪਰ ਇੱਥੇ ਆਰੰਭਤਾ ਹੁੰਦੀ ਹੈ। ਸੋ ਇਸ ਪਿੰਡ ਦੇ ਵਿੱਚ ਉਹ ਬਾਬਾ ਜੀ ਪਹਿਲਾਂ ਉਹਨਾਂ ਦੇ ਪੰਚਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਨੇ, ਪਰ ਉਹ ਪੰਚ ਸਰਪੰਚ ਜਿਹੜੇ ਹੁੰਦੇ ਨੇ ਉਹ ਆਪ ਹੀ ਜੋ ਨੇ ਉਹ ਘਬਰਾਏ ਹੋਏ, ਫਿਰ ਬਾਬਾ ਜੀ ਉਹਨਾਂ ਨੂੰ ਇੱਕ ਜਗ੍ਹਾ ਦੇ ਵਿੱਚ ਬੰਦ ਕਰ ਦਿੰਦੇ ਨੇ ਤੇ ਆਪ ਉਹਨਾਂ ਦੀ ਜਗ੍ਹਾ ਦੇ ਉੱਤੇ ਅੱਗੇ ਲੱਗ ਕੇ ਤੇ ਧਾੜਵੀਆਂ ਦਾ ਉੱਤੇ ਹੱਲਾ ਬੋਲਦੇ ਨੇ, ਉਹਦਾ ਮੁਕਾਬਲਾ ਕਰਦੇ ਨੇ। ਸੋ ਧਾੜਵੀਆਂ ਦਾ ਜਿਹੜਾ ਸੀ ਸਰਦਾਰ ਸੀ ਉਹਨੂੰ ਵੀ ਕਾਬੂ ਕਰ ਲੈਂਦੇ ਨੇ, ਹੋਰ ਵੀ ਕਾਫੀ ਹੱਲਾ ਬੋਲਦੇ ਨੇ। ਉਹਨਾਂ ਦਾ ਕਾਫੀ ਨੁਕਸਾਨ ਵੀ ਹੁੰਦਾ, ਜਿਹੜੇ ਧਾੜਵੀ ਆਏ ਹੁੰਦੇ ਨੇ, ਇੱਥੋਂ ਤੱਕ ਕਿ ਜਿਹੜਾ ਉਹਨਾਂ ਦੇ ਕੋਲ ਪਹਿਲਾਂ ਵੀ ਲੁੱਟ ਖੋਟ ਦਾ ਸਮਾਨ ਸੀ ਉਹ ਵੀ ਉੱਥੇ ਛੱਡ ਕੇ ਭੱਜ ਜਾਂਦੇ ਨੇ। ਸੋ ਇਹ ਸਾਰਾ ਕੁਝ ਦੇਖ ਕੇ ਜਿਹੜੇ ਪਿੰਡ ਵਾਲੇ ਨੇ ਉਹਨਾਂ ਦੇ ਵੀ ਹੌਸਲੇ ਵੱਧਦੇ ਨੇ ਤੇ ਉਹ ਵੀ ਫਿਰ ਉਹਨਾਂ ਦੇ ਪਿੱਛੇ ਜਾਂਦੇ ਨੇ ਤੇ ਉਹਨਾਂ ਨੂੰ ਦੂਸਰੇ ਪਿੰਡਾਂ ਤੱਕ ਪਹੁੰਚਾ ਕੇ। ਸੋ ਇੱਕ ਹੌਸਲਾ ਜਿਹੜਾ ਸੀ ਉਹਨਾਂ ਨੇ ਆਮ ਲੋਕਾਂ ਦੇ ਵਿੱਚ ਇਹ ਜਗਾਇਆ ਕਿ ਤੁਸੀਂ ਜੇ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਡਟੋਗੇ ਤੇ ਇਹਦੇ ਨਾਲ ਇਹ ਜਿਹੜੇ ਛੋਟੇ ਛੋਟੇ ਧਾੜਵੀ ਹੈ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ। ਸੋ ਇਹ ਇੱਕ ਬੜੀ ਛੋਟੀ ਜਿਹੀ ਘਟਨਾ ਸੀ, ਪਰ ਇਸ ਤੋਂ ਆਰੰਭਤਾ ਹੋਈ। ਇੱਕ ਤਾਂ ਇਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੋੜਾ ਜਿਹਾ ਜਿਹੜੇ ਨਾਲ ਸਿੰਘ ਆ ਰਹੇ ਸੀ, ਕਿਉਂਕਿ ਉਹ ਵੀ ਪਿੱਛੋਂ ਬੜੇ ਸ਼ਾਂਤ ਚਿੱਤ ਆ ਰਹੇ ਸਨ, ਉਹਨਾਂ ਦਾ ਕਹਿ ਲਈਏ ਕਿ ਪਹਿਲਾ ਇੱਕ ਅਭਿਆਸ ਸੀਗਾ, ਇੱਕ ਛੋਟੀ ਜਿਹੀ ਟੱਕਰ ਜਿਹੜੀ ਹੋਈ। ਸੋ ਉਹਦੇ ਵਿੱਚ ਜਿੱਥੇ ਫਤਿਹ ਪ੍ਰਾਪਤ ਹੋਈ ਉੱਥੇ ਇਲਾਕੇ ਦੇ ਵਿੱਚ ਇਸ ਗੱਲ ਦਾ ਬੜਾ ਪ੍ਰਭਾਵ ਗਿਆ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਲੋਕ ਹੋਰ ਜਿਹੜੇ ਸੀ ਆਪਣੀ ਦੁੱਖ ਦਰਦ ਲੈ ਕੇ ਇਹਨਾਂ ਦੇ ਪਾਸ ਆਉਣੇ ਜੋ ਸਨ ਸ਼ੁਰੂ ਹੋ ਗਏ। ਉਹਦੇ ਨਾਲ ਲੋਕਾਂ ਦੇ ਨਾਲ ਜਿਹੜਾ ਇਹਨਾਂ ਦਾ ਮਿਲਵਰਤਨ ਹੈ ਉਹ ਵੱਧਦਾ ਗਿਆ। ਪਖੰਡੇ ਦੇ ਕੋਲ ਉਸ ਪਰਗਣੇ ਦੇ ਵਿੱਚ ਆ ਕੇ ਫਿਰ ਇੱਥੇ ਇਹ ਪਹੁੰਚਦੇ ਨੇ ਤੇ ਇੱਥੋਂ ਆ ਕੇ ਜਿਹੜੇ ਹੁਕਮਨਾਮੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭੇਜੇ ਹੋਏ ਸਨ ਆਪਣੇ, ਉਹ ਤੇ ਨਾਲ ਜਿਹੜੇ ਹੋਰ ਬੋਤਵਾਰ ਸਿੰਘ ਆਏ ਸਨ, ਉਹਨਾਂ ਨੇ ਵੀ ਆਪਣੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਹੁਕਮਨਾਮੇ ਸੀ ਉਹ ਸਿੰਘਾਂ ਦੇ ਰਾਹੀਂ ਅੱਗੋਂ ਭੇਜੇ ਤਾਂ ਕਿ ਸੰਗਤ ਤੱਕ ਇਹ ਸੁਨੇਹਾ ਪਹੁੰਚੇ। ਕਿਉਂਕਿ ਗੁਰੂ ਸਾਹਿਬ ਜੀ ਦੱਖਣ ਵੱਲ ਗਏ ਹੋਏ ਨੇ, ਇਹ ਤਾਂ ਸੰਗਤਾਂ ਨੂੰ ਪਤਾ ਸੀ, ਪਰ ਇੱਕ ਜਿਵੇਂ ਹੁੰਦਾ ਨੇ ਦਰਸ਼ਨਾਂ ਦੀ ਤਾਂਘ ਜਾਂ ਉਧਰੋਂ ਕੋਈ ਸੁਨੇਹਾ ਆਉਣਾ। ਸੋ ਇਹ ਸਾਰਾ ਸਮਾਂ ਉਹਦੇ ਨਾਲ ਹੀ ਨਾਲ ਇਹ ਵੀ ਘਟਨਾ ਜਿਹੜੀ ਰਸਤੇ ਦੇ ਵਿੱਚ ਵਾਪਰ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਆਪਣਾ ਚੋਲਾ ਤਿਆਗ ਦਿੰਦੇ ਨੇ, ਜਿਸ ਢੰਗ ਦੇ ਨਾਲ ਜੋਤੀ ਜੋਤ ਰਲੀ ਗੁਰੂ ਸਾਹਿਬ ਜੀ ਨੇ ਜਿਹੜੀ ਉੱਥੇ ਉਹ ਖੇਡ ਰਚਾਈ ਹੈ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਆ। ਸੋ ਉਹ ਸਮਾਂ ਵੀ ਇਸ ਦੇ ਦੌਰਾਨ ਹੀ ਉਹ ਸੁਨੇਹਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਮਿਲਦਾ ਤੇ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਸੁਨੇਹਾ ਪਹੁੰਚਿਆ ਤੇ ਸੰਗਤਾਂ ਦੇ ਮਨਾਂ ਦੇ ਵਿੱਚ ਇੱਕ ਉਸ ਗੱਲ ਦਾ ਵੀ ਵਿਰਾਗ ਸੀ ਕਿ ਗੁਰੂ ਸਾਹਿਬ ਜੀ ਸਰੀਰਕ ਓਹਲਾ ਕਰ ਗਏ ਨੇ। ਇਸ ਗੱਲ ਨੂੰ ਲੈ ਕੇ ਤੇ ਉਹਦੇ ਨਾਲ ਹੀ ਜਦੋਂ ਇਹ ਸੁਨੇਹਾ ਹੀ ਮਿਲੇ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਥਾਪ ਕੇ ਇੱਧਰ ਭੇਜਿਆ ਤੇ ਪਾਪੀਆਂ ਨੂੰ ਦੰਡ ਦੇਣ ਦੇ ਵਾਸਤੇ ਭੇਜਿਆ ਤੇ ਅਸੀਂ ਸਾਰੇ ਇਹਨਾਂ ਦਾ ਸਾਥ ਦੇਣਾ ਹੈ। ਸੋ ਇਸ ਢੰਗ ਦੇ ਨਾਲ ਇਹ ਸੁਨੇਹੇ ਜਿਹੜੇ ਨੇ ਪਿੰਡੋਂ ਪਿੰਡੀ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ ਤੇ ਉਧਰ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਉਹ ਇੱਕ ਨੀਤੀ ਦੇ ਅਨੁਸਾਰ ਚੱਲਦੇ ਪਏ ਸਨ, ਕਿਉਂਕਿ ਪਿੱਛੋਂ ਤਾਂ ਆਪਾਂ ਜਾਣਦੇ ਹਾਂ ਕਿ ਕਰੀਬ 25 ਤੇ 5 ਕਰੀਬ 30 ਸਿੰਘ ਸੀਗੇ ਜਿਹੜੇ ਪਿੱਛੋਂ ਚੱਲ ਕੇ ਆਏ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਸੋ ਹੁਣ ਹੌਲੀ ਹੌਲੀ ਇੱਥੇ ਆ ਕੇ ਇਸ ਗੱਲ ਦਾ ਵਿਸਥਾਰ ਹੋਣਾ ਸ਼ੁਰੂ ਹੋ ਗਿਆ। ਜਿਹੜੇ ਦੀਨ ਦੁਖੀ ਸੀਗੇ ਉਹ ਵੀ ਥੋੜੇ ਜੁੜਨੇ ਸ਼ੁਰੂ ਹੋ ਗਏ ਤੇ ਇਹ ਜਿਹੜੇ ਸੁਨੇਹੇ ਸੀਗੇ ਜਿਹੜੇ ਜਿੱਦਾਂ ਜਿੱਦਾਂ ਪਹੁੰਚਣੇ ਸ਼ੁਰੂ ਹੋਏ ਮਾਝੇ ਮਾਲਵੇ ਦੁਆਬੇ ਦੇ ਵਿੱਚ ਇਸ ਖੇਤਰ ਦੇ ਵਿੱਚ ਉਹ ਸਾਰੇ ਹੀ, ਕਿਉਂਕਿ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੀ ਵਿਰਾਗ ਖਿੱਚ ਸੀ ਤੇ ਖਾਸ ਤੌਰ ਤੇ ਜਿਹੜੀ ਹਰ ਸਿੱਖ ਨੂੰ ਬਲੂੰਦਰਿਆ ਪਿਆ ਸੀ ਜਿਹੜਾ ਪਿਛਲੇ ਕਰੀਬ 4.5 ਸਾਲਾਂ ਤੋਂ, ਕਿਉਂਕਿ ਜਦੋਂ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਉਸ ਚੀਜ਼ ਨੂੰ ਕੋਈ ਭੁਲਾ ਨਹੀਂ ਸੀ ਪਾ ਰਿਹਾ। ਇਹ ਸਭ ਤੋਂ ਵੱਡੀ ਘਟਨਾ ਸੀ। ਅੱਜ ਵੀ ਆਪਾਂ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਇਤਿਹਾਸ ਦਾ ਪੰਨਾ ਹੈ ਇਹ ਸਭ ਨੂੰ ਹਿਲਾ ਦਿੰਦਾ ਜਦੋਂ ਇਹ ਦਿਨ ਆਉਂਦੇ ਨੇ ਜਾਂ ਜਦੋਂ ਵੀ ਆਪਾਂ ਇਸ ਨੂੰ ਯਾਦ ਕਰਦੇ ਹਾਂ ਛੋਟੇ ਸਾਹਿਬਜ਼ਾਦਿਆਂ ਦੀ ਉਸ ਕੁਰਬਾਨੀ ਨੂੰ, ਉਹਨਾਂ ਨੂੰ ਜਿਸ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ। ਸੋ ਉਸ ਵੇਲੇ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਬਿਲਕੁਲ ਇਹ ਘਟਨਾਵਾਂ ਤਾਜ਼ੀਆਂ ਸਨ ਤੇ ਉਸ ਵੇਲੇ ਸੰਗਤਾਂ ਦੇ ਮਨਾਂ ਦੇ ਵਿੱਚ ਰੋਸ ਵੀ ਸੀਗਾ ਤੇ ਸਾਰਾ ਕੁਝ ਉਹਨਾਂ ਦੇ ਮਨਾਂ ਦੇ ਵਿੱਚ ਭਾਵਨਾਵਾਂ ਚੱਲਦੀਆਂ ਪਈਆਂ ਸੀ। ਉਧਰੋਂ ਹੁਣ ਇਹ ਸੁਨੇਹਾ ਆਉਣਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮਨਾਮੇ ਉਹਨਾਂ ਦੇ ਪਹੁੰਚਣੇ ਤੇ ਉਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਸੰਗਤਾਂ ਸੀ ਉਹ ਆਪੋ ਆਪਣੇ ਖੇਤਰ ਦੇ ਜਿੱਦਾਂ ਮੋਹਤਬਾਰ ਸਿੰਘਾਂ ਦੇ ਨਾਲ ਰਾਏ ਕਰਕੇ ਤੇ ਜਥੇ ਬਣ ਕੇ ਚੱਲਣੇ ਸ਼ੁਰੂ ਹੋ ਗਏ। ਇਧਰੋਂ ਵਜ਼ੀਰ ਖਾਨ ਜਿਹੜਾ ਸੀਗਾ
ਉਹ ਕਿਉਂਕਿ ਉਹਨੇ ਵੀ ਆਪਣੇ ਸੂਏ ਛੱਡੇ ਹੋਏ ਸੀ, ਉਹਨੂੰ ਵੀ ਪਤਾ ਲੱਗਦਾ ਰਹਿੰਦਾ ਸੀ ਵੀ ਕੀ ਘਟਨਾਵਾਂ ਜਾਂ ਕਿੱਦਾਂ। ਸੋ ਜਿੱਦਾਂ ਇਹ ਛੋਟੀਆਂ ਘਟਨਾਵਾਂ ਦਾ ਕਰਕੇ ਥੋੜ੍ਹੀ ਜਿਹੀ ਹਿਲਜੁਲ ਇਸ ਪਾਸੇ ਦਿੱਲੀ ਵਾਲੇ ਪਾਸੇ ਉਧਰੋਂ ਹੋਣੀ ਸ਼ੁਰੂ ਹੋ ਗਈ, ਤੇ ਇੱਥੇ ਵਜ਼ੀਰ ਖਾਨ ਦੇ ਕੋਲ ਵੀ ਇਹ ਸਾਰੀ ਜਿਹੜੀ ਆ ਗੱਲ ਜਿਹੜੀ ਹੈ ਉੱਥੇ ਪਹੁੰਚਦੀ ਹੈ। ਉਹ ਵੀ ਆਪਣੇ ਆਪ ਨੂੰ ਉਸ ਵੇਲੇ ਤਾਂ ਥੋੜਾ ਹੰਕਾਰ ਦੇ ਵਿੱਚ ਹੀ ਮਹਿਸੂਸ ਕਰ ਰਿਹਾ ਸੀਗਾ, ਕਿਉਂਕਿ ਆਪਾਂ ਨੂੰ ਇੱਥੇ ਇੱਕ ਹਵਾਲਾ ਜ਼ਰੂਰ ਮਿਲਦਾ ਇਤਿਹਾਸ ਦੇ ਵਿੱਚ ਕਿ ਉਸ ਦੇ ਕੋਲ ਸਲੌਦੀ ਪਿੰਡ ਦੇ ਭਾਈ ਆਲੀ ਸਿੰਘ ਜੀ, ਉਹ ਉਸ ਦੇ ਕੋਲ ਉੱਥੇ ਨੌਕਰੀ ਕਰਦੇ ਸੀ। ਤੇ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਦਾ ਕਿ ਇਸ ਢੰਗ ਦੇ ਨਾਲ ਬੰਦਾ ਸਿੰਘ ਬਹਾਦਰ ਇੱਧਰ ਨੂੰ ਆ ਰਿਹਾ ਪੰਜਾਬ ਵੱਲ ਨੂੰ, ਤੇ ਉਹ ਜਿਵੇਂ ਕਿ ਆਮ ਜਿਹੜੇ ਰਾਜ ਮੱਧ ਦੇ ਵਿੱਚ ਨਸ਼ੇ 'ਚ ਹੁੰਦੇ ਨੇ, ਉਹ ਉਹਨਾਂ ਦੀ ਆਦਤ ਹੁੰਦੀ ਹੈ ਕਿ ਟੀਚਰ ਕਰਨੀ ਜਾਂ ਲਾ ਕੇ ਗੱਲ ਕਰਨੀ। ਸੋ ਉਹਨੇ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨੇ ਗੁਰੂ ਕਰਕੇ ਸੰਬੋਧਨ ਕੀਤਾ ਵੀ ਤੁਹਾਡਾ ਨਵਾਂ ਗੁਰੂ ਆ ਰਿਹਾ। ਸੋ ਇਦਾਂ ਦੇ ਕੁਝ ਚੁਭਵੇਂ ਬੋਲ ਜਿਹੜੇ ਸੀ ਉਹਨੇ ਮਾਰੇ, ਜਿਨ੍ਹਾਂ ਨੂੰ ਕਿ ਉਹ ਨਾ ਸਹਾਰ ਸਕੇ ਭਾਈ ਆਲੀ ਸਿੰਘ। ਤੇ ਉਹਨਾਂ ਨੇ ਬਹੁਤ ਜ਼ਿਆਦਾ ਤਾਂ ਕੀ ਕਹਿਣਾ ਸੀ, ਪਰ ਉਹਨਾਂ ਨੇ ਜਿਹੜੇ ਅਲਫਾਜ਼ ਥੋੜੇ ਬਹੁਤੇ ਬੋਲੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ, ਮੈਂ ਇਹ ਨੌਕਰੀ ਹੋਰ ਨਹੀਂ ਕਰ ਸਕਦਾ, ਤੁਸੀਂ ਮੇਰਾ ਹਿਸਾਬ ਕਰ ਦਿਓ। ਪਰ ਉਹਨੂੰ ਹੁਣ ਇਹਨਾਂ ਗੱਲਾਂ ਦੇ ਵਿੱਚੋਂ ਵੀ ਉਹਨੂੰ ਜੋ ਸੀ, ਉਹਨੂੰ ਐਵੇਂ ਲੱਗਾ ਕਿ ਇਹਦੇ 'ਚ ਵੀ ਬਗਾਵਤ ਨਜ਼ਰ ਆ ਰਹੀ। ਉਹਨੇ ਫੜ ਕੇ ਜੇਲ੍ਹ 'ਚ ਸੁੱਟ ਦਿੱਤਾ ਤੇ ਉੱਥੋਂ ਹੁਣ ਕਿਸੇ ਢੰਗ ਦੇ ਨਾਲ ਉਹ ਆਪਣਾ ਜੋੜ ਤੋੜ ਕਰਕੇ ਉਹਦੀ ਕੈਦ ਤੋਂ ਭਾਈ ਆਲੀ ਸਿੰਘ ਜਿਹੜੇ ਨੇ ਖੁਦ ਨਿਕਲ ਭੱਜਦੇ ਨੇ, ਨਾਲ ਹੀ ਆਪਣੇ ਭਰਾ ਨੂੰ ਭਾਈ ਮਾਲੀ ਸਿੰਘ ਨੂੰ ਤੇ ਹੋਰ ਕੁਝ ਸਿੰਘਾਂ ਨੂੰ ਨਾਲ ਲੈ ਕੇ ਇਹ ਵੀ ਜੋ ਹਨ ਬਾਬਾ ਬੰਦਾ ਸਿੰਘ ਬਹਾਦਰ ਵੱਲ ਨੂੰ ਕੂਚ ਕਰ ਜਾਂਦੇ ਨੇ। ਉਧਰ ਭਾਈ ਭਗਤੂ ਜੀਆਂ ਦੇ ਪਰਿਵਾਰ ਦੇ ਵਿੱਚੋਂ ਭਾਈ ਫਤਿਹ ਸਿੰਘ, ਭਾਈ ਰੂਪੇ ਤੋਂ ਕਰਮ ਸਿੰਘ, ਧਰਮ ਸਿੰਘ, ਨਗਾਈਆ ਸਿੰਘ, ਚੂੜ ਸਿੰਘ, ਸੋ ਇਸ ਢੰਗ ਦੇ ਨਾਲ ਇਹ ਹੋਰ ਸਿੰਘਾਂ ਨੂੰ ਨਾਲ ਲੈ ਕਰਕੇ ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਵੱਲ ਨੂੰ ਰਵਾਨਾ ਹੋ ਜਾਂਦੇ ਨੇ। ਇਹ ਜਿਹੜਾ ਇਸ ਢੰਗ ਦੇ ਨਾਲ ਰਵਾਨਗੀ ਹੈ, ਇਹ ਕਿਉਂਕਿ ਜਿਹੜਾ ਮਾਲਵਾ ਸੀ, ਮਾਲਵੇ ਨੂੰ ਉਧਰ ਨੂੰ ਵਧਣ ਵਾਸਤੇ ਕੋਈ ਰੋਕ ਨਹੀਂ ਸੀ, ਕਿਉਂਕਿ ਜਿਹੜਾ ਮਾਝਾ ਤੇ ਦੁਆਬਾ ਸੀ ਇਹਨਾਂ ਨੂੰ ਕਿਉਂਕਿ ਦਰਿਆ ਟੱਪਣੇ ਪੈਂਦੇ ਸੀ। ਸੋ ਇਹਨਾਂ ਦੇ ਵਾਸਤੇ ਇਹ ਮੁਸ਼ਕਲਾਂ ਸੀਗੀਆਂ, ਕਿਉਂਕਿ ਹਕੂਮਤ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਇਹ ਜਿਹੜੀ ਜਥੇ ਇਕੱਠੇ ਹੋ ਕੇ ਚੱਲਦੇ ਪਏ ਨੇ। ਤੇ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਆਖਰਕਾਰ ਇਹ ਭਾਂਡਾ ਸਾਡੇ ਸਿਰ ਭੱਜਣਾ, ਕਿਉਂਕਿ ਉਹਨੂੰ ਪਤਾ ਸੀ ਜਿਹੜਾ ਮੈਂ ਪਾਪ ਕੀਤਾ। ਹੁਣ ਵਜ਼ੀਰ ਖਾਨ ਜਿਹੜਾ ਸੀ ਇਹ ਸਭ ਤੋਂ ਵੱਡਾ, ਜੇ ਆਪਾਂ ਸਮਝੀਏ ਕਿ ਕਲਪਰੇਟ ਜਿਹੜਾ ਇਹੀ ਸੀ ਉਸ ਵੇਲੇ ਦਾ ਪਹਾੜੀ ਰਾਜਿਆਂ ਤੋਂ ਬਾਅਦ, ਕਿਉਂਕਿ ਇੰਨੇ ਹੀ ਸਾਰਾ ਅਨੰਦਪੁਰ ਸਾਹਿਬ ਦਾ ਘੇਰਾ ਪੈਣਾ ਜਾਂ ਉਸ ਤੋਂ ਬਾਅਦ ਅਟੈਕ ਕਰਨਾ ਚਮਕੌਰ ਦਾ ਸਾਰਾ, ਉਧਰ ਜਿਹੜੇ ਹੈ ਸਰਹੰਦ ਦੀ ਜਿਹੜੀ ਗਾਥਾ ਹੈ, ਸਾਰਾ ਕੁਝ ਉਹਦਾ ਇਹ ਮੇਨ ਵਿਲਨ ਜਿਹੜਾ ਸੀ ਇਹੀ ਸੀ। ਸੋ ਇਹਨੂੰ ਪਤਾ ਸੀ ਇਹਨੇ ਜੋ ਪਾਪ ਕਮਾਏ ਨੇ, ਜੋ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾਇਆ, ਨੀਹਾਂ ਵਿੱਚ ਜਿਵੇਂ ਸਾਰਾ ਆਪਾਂ ਨੂੰ ਇਤਿਹਾਸ ਪਤਾ ਹੀ ਹੈ ਕਿ ਉਹਦੇ ਵਿੱਚ ਉਹਨਾਂ ਦੀ ਸ਼ਹੀਦੀ ਨਾ ਹੋਈ ਤਾਂ ਫਿਰ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ। ਸੋ ਇਹ ਇੱਕ ਨਾ ਸਹਿਣ ਜੋਗੇ ਪਾਪ ਸੀਗੇ ਜਿਹੜੇ ਕਿ ਇਹਨੇ ਕੀਤੇ ਹੋਏ ਸੀ। ਸੋ ਹੁਣ ਇਹਨੂੰ ਇਹ ਖਤਰਾ ਪੈਦਾ ਹੋ ਗਿਆ ਸੀ ਕਿ ਇਹ ਹੁਣ ਜਿਹੜੀ ਇਹ ਖਾਲਸਾ ਫਿਰ ਇਕੱਠਾ ਹੋ ਰਿਹਾ ਨਾ, ਇਹ ਮੇਰੇ ਵਾਸਤੇ ਹੀ ਸਾਰੀ ਤਿਆਰੀ ਹੋ ਰਹੀ ਹੈ, ਕਿਉਂਕਿ ਇਹਨੂੰ ਸੂਹਾਂ ਵੀ ਮਿਲ ਚੁੱਕੀਆਂ ਸੀ ਤੇ ਹੁਣ ਇਹਨੇ ਉਹਦੇ ਵਾਸਤੇ ਫਿਰ ਆਪਣੇ ਦਸਤੇ ਜਿਹੜੇ ਸੱਜੇ ਖੱਬੇ ਭੇਜਣੇ ਸ਼ੁਰੂ ਕਰਤੇ, ਸੜਕਾਂ ਤੇ ਗਸ਼ਤਾਂ ਵਧਾ ਦਿੱਤੀਆਂ ਕਿ ਇਹ ਜਿਹੜੇ ਨੇ ਸਿੰਘ ਨੇ ਇਕੱਠੇ ਨਾ ਹੋਣ, ਜਾਂ ਇਹ ਖਾਲਸਾ ਜਿਹੜਾ ਵਾ ਜਿਹੜੀ ਖਿੰਡਰੀ ਹੋਈ ਸ਼ਕਤੀ ਸੀ ਇਹ ਫਿਰ ਇਕੱਠੀ ਨਾ ਹੋਏ। ਪਰ ਇਹਦਾ ਉਹਦੇ ਵਿੱਚ ਕੋਈ ਵਸ ਨਾ ਚੱਲਿਆ। ਸੋ ਜਿਹੜੇ ਦੁਆਬੇ ਦੇ ਤੇ ਮਾਝੇ ਦੇ ਸਿੰਘ ਸੀ ਇਹ ਵੀ ਇੱਧਰੋਂ ਦਰਿਆ ਪਾਰ ਕਰਦੇ ਕੀਰਤਪੁਰ ਵਾਲੇ ਪਾਸੇ ਸਤਲੁਜ ਦੇ ਕੰਢੇ ਤੱਕ ਉੱਥੋਂ ਤੱਕ ਪਹੁੰਚ ਚੁੱਕੇ ਸੀ। ਇੱਥੇ ਹੁਣ ਕਿਉਂਕਿ ਇਹ ਘਰਾਂ ਤੋਂ ਥੋੜਾ ਬਹੁਤਾ ਜੋ ਕੋਈ ਸ਼ਸਤਰ ਕਿਸੇ ਨੂੰ ਮਿਲਿਆ, ਕੋਈ ਨੇਜਾ, ਕੋਈ ਕਿਰਪਾਨ ਜਾਂ ਹੋਰ ਕੋਈ ਛੋਟੇ ਮੋਟੇ ਸ਼ਸਤਰ ਜਿਹੜੇ ਆਮ ਹੁੰਦੇ ਸੀ ਉਹ ਲੈ ਕੇ ਕਿਸੇ ਕੋਲ ਕਿਤੇ ਕੋਈ ਰਾਮ ਜੰਗਾ ਜਾਂ ਜਿਹਨੂੰ ਆਪਾਂ ਬੰਦੂਕ ਜਾਂ ਕੋਈ ਪਿਸਤੌਲ ਇੱਦਾਂ ਦੇ ਕੋਈ ਹਥਿਆਰ ਬਹੁਤ ਘੱਟ ਸੀਗੇ। ਪਰ ਇਸ ਦੇ ਬਾਵਜੂਦ ਵੀ ਧਰਮ ਯੁੱਧ ਦੇ ਚਾਅ ਦੇ ਨਾਲ ਇਹ ਸਾਰੇ ਚੱਲੇ ਸੀ। ਕੁਝ ਐਸੇ ਵੀ ਸੀ ਇਹਨਾਂ ਦੇ ਵਿੱਚ ਜਿਹੜੇ ਕਿ ਆਪਣੇ ਕੋਈ ਕੁਝ ਨਾ ਕੁਝ ਗਹਿਣਾ ਗੱਟਾ ਜਾਂ ਜੋ ਵੀ ਕੁਝ ਵੇਚ ਵੱਟ ਕੇ ਕੁਝ ਹਥਿਆਰ ਖਰੀਦਣ ਦੀ ਨਾਲ ਥੋੜ੍ਹੀ ਬਹੁਤੀ ਮਾਇਆ ਲੈ ਕੇ ਵੀ ਚੱਲੇ ਹੋਏ ਸੀ। ਪਰ ਇਹ ਜਿਸ ਭਾਵਨਾ ਨਾਲ ਚੱਲੇ ਸੀ, ਕੋਈ ਇਸ ਤਿਆਰੀ ਨਾਲ ਨਹੀਂ ਸੀ ਵੀ ਰਸਤੇ 'ਚ ਕਿਤੇ ਅਟਕਣਾ ਪੈ ਜਾਏਗਾ ਜਾਂ ਉੱਥੇ ਜ਼ਿਆਦਾ ਸਮਾਂ ਲੱਗੇਗਾ। ਪਰ ਹੁਣ ਇੱਥੇ ਅਟਕਣਾ ਪੈ ਗਿਆ, ਕਿਉਂਕਿ ਅੱਗੋਂ ਜੋ ਹੈ ਉਹਨਾਂ ਨੇ ਦਰਿਆ ਦੇ ਜਿਹੜੇ ਸੀਗੇ ਪੱਤਣ ਉਹ ਮੱਲ ਲਏ ਫੌਜਾਂ ਨੇ, ਤੇ ਇਹ
ਜਿਹੜੇ ਸਾਰੇ ਸਿੰਘ ਸੀਗੇ ਇੱਧਰੋਂ ਪੰਜਾਬ ਦੇ ਵਿੱਚੋਂ, ਇੱਧਰੋਂ ਮਾਝੇ ਤੋਂ ਤੇ ਦੁਆਬੇ ਤੋਂ, ਇਹ ਸਾਰੇ ਕੀਰਤਪੁਰ ਸਾਹਿਬ ਦੇ ਨਾਲ ਦਰਿਆ ਦੇ ਕੰਢੇ ਤੇ ਉਹ ਦੂਜੇ ਪਾਸੇ ਫੌਜਾਂ ਲੱਗ ਗਈਆਂ। ਪਰ ਇੱਥੇ ਹੁਣ ਜਿਹੜੇ ਕਾਰੋਬਾਰੀ ਸਿੱਖ ਸੀਗੇ, ਜਿਹੜੇ ਵਪਾਰੀ ਸਿੱਖ ਸੀਗੇ, ਭਾਈ ਪਿਸ਼ੌਰਾ ਸਿੰਘ, ਭਾਈ ਕੁਸ਼ੌਰਾ ਸਿੰਘ, ਇਹਨਾਂ ਨੇ ਸੇਵਾ ਜਿਹੜੀ ਇੱਥੇ ਸੰਭਾਲੀ। ਇਹਨਾਂ ਦੇ ਵਾਸਤੇ ਲੰਗਰ ਪ੍ਰਸ਼ਾਦੇ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ। ਸੋ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਇਹ ਸਾਰੀ ਸੂਚਨਾ ਜਿਹੜੀ ਆ ਉਹ ਪ੍ਰਾਪਤ ਹੋਈ। ਬਾਬਾ ਜੀ ਨੇ ਫਿਰ ਇਹਨਾਂ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਅਜੇ ਇੱਥੇ ਟਿਕੇ ਰਹੋ, ਕਿਉਂਕਿ ਸਮਾਂ ਪਾ ਕੇ ਜਿਵੇਂ ਤੁਹਾਨੂੰ ਅੱਗੋਂ ਹਦਾਇਤ ਮਿਲੇਗੀ ਉਹਦੇ ਹਿਸਾਬ ਦੇ ਨਾਲ ਫਿਰ ਤੁਸੀਂ ਅੱਗੇ ਵਧਣਾ। ਅਜੇ ਤੁਸੀਂ ਇੱਥੇ ਟਿਕ ਜਾਓ, ਜਿੱਥੇ ਤੁਸੀਂ ਹੈਗੇ ਉੱਥੇ ਆਪਣਾ ਸਮਾਂ ਪਾਸ ਕਰੋ। ਸੋ ਇਸ ਢੰਗ ਦੇ ਨਾਲ ਇਹ, ਕਿਉਂਕਿ ਬੜੀ ਜੁਗਤੀ ਦੇ ਨਾਲ ਉਹ ਚੱਲ ਰਹੇ ਸੀ, ਉਹਨਾਂ ਨੂੰ ਪਤਾ ਸੀ ਕਿ ਸਾਡੀ ਜਿਹੜੀ ਆਖਰੀ ਟੱਕਰ ਹੋਣੀ ਆ ਉਹ ਬੜੀ ਵੱਡੀ ਇੱਕ ਇਸ ਖੇਤਰ ਦੀ ਜਿਹੜੀ ਸ਼ਕਤੀ ਆ, ਜਿਹਨੂੰ ਸਿਰ ਹਿੰਦ ਕਹਿੰਦਾ, ਹਿੰਦ ਦਾ ਸਿਰ ਕਿਹਾ ਜਾਂਦਾ ਸੀ ਸਰਹੰਦ ਜਿਹੜਾ, ਤੇ ਉਹਦੇ ਨਾਲ ਸਾਡੀ ਟੱਕਰ ਹੋਣੀ ਹੈ। ਸੋ ਉਹ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਸ਼ਕਤੀ ਨੂੰ ਜਿਹੜਾ ਹੈ ਵਧਾਉਣ ਦੇ ਵਿੱਚ ਉਹ ਲੱਗੇ ਹੋਏ ਸਨ। ਉਹਨਾਂ ਦੀ ਕੋਸ਼ਿਸ਼ ਸੀ ਕਿ ਵੱਧ ਤੋਂ ਵੱਧ ਸਾਡੇ ਕੋਲ ਜਿੱਥੇ ਯੋਧੇ ਇਕੱਠੇ ਹੋ ਜਾਣ, ਗੁਰਸਿੱਖ ਇਕੱਠੇ ਹੋ ਜਾਣ, ਤਾਂ ਕਿ ਇਹ ਜਿਹੜਾ ਸਾਡਾ ਜਿਹੜਾ ਇੱਕ ਟਾਰਗੇਟ ਹੈ ਉਸ ਨੂੰ ਜਦੋਂ ਅਸੀਂ ਹਿੱਟ ਕਰੀਏ ਤੇ ਉਹਨੂੰ ਆਪਾਂ ਹਿੱਟ ਹਾਰਡ ਵਾਲੀ ਜਿਹੜੀ ਗੱਲ ਹੈ ਉਹ ਇਸ ਢੰਗ ਦੇ ਨਾਲ ਹੋਏ ਕਿ ਫਿਰ ਜਿਹੜਾ ਸਾਨੂੰ ਉੱਥੇ ਫਤਿਹ ਹਾਸਲ ਹੋਏ। ਸੋ ਇਸ ਢੰਗ ਦੇ ਨਾਲ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਹੁਣ ਹੌਲੇ ਹੌਲੇ ਅੱਗੇ ਵੀ ਵੱਧਦੇ ਪਏ ਨੇ, ਤੇ ਉਧਰੋਂ ਇਹ ਜਿਹੜੇ ਸਿੰਘ ਰਲ ਗਏ ਨੇ, ਤੇ ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਵੱਧਦੇ ਨੇ, ਥੋੜਾ ਆਲੇ ਦੁਆਲੇ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਵੱਧਦਾ ਪਿਆ। ਇਸ ਪ੍ਰਭਾਵ ਦੇ ਨਾਲ ਹੀ ਆਲੇ ਦੁਆਲੇ ਦੇ ਜਿਹੜੇ ਕੁਝ ਲੋਕ ਨੇ ਜਿਨ੍ਹਾਂ ਦੇ ਅੰਦਰ ਗੁਰਸਿੱਖੀ ਭਾਵਨਾ, ਉਹ ਵੀ, ਤੇ ਜਿਹੜੇ ਇੱਧਰੋਂ ਮਾਲਵੇ ਤੋਂ ਜਿਹੜੇ ਸਿੰਘ ਚੱਲੇ ਹੋਏ ਸਨ ਉਹ ਵੀ ਉਹਨਾਂ ਤੱਕ ਪਹੁੰਚ ਜਾਂਦੇ ਨੇ। ਸੋ ਇਹਦੇ ਨਾਲ ਹੋਰ ਹੌਸਲੇ ਵੱਧਦੇ ਨੇ। ਜਿਹੜੇ ਸਿੰਘ ਉੱਥੋਂ ਆਏ ਸੀ ਆਪਣਾ ਦੁੱਖ ਸੁੱਖ ਵੀ ਕਰਦੇ ਨੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਛੋੜੇ ਤੋਂ ਬਾਅਦ ਇਹ ਸਿੰਘ ਇਸ ਢੰਗ ਨਾਲ ਮਿਲ ਰਹੇ ਸੀ। ਸੋ ਆਪਸ ਦੇ ਵਿੱਚ ਜਿਹੜੇ ਪੰਜਾਬ ਤੋਂ ਗਏ ਸੀ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਹੈ, ਜਿਵੇਂ ਆਪਾਂ ਕਹਿੰਦੇ ਆ ਕਿ ਉਸ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਸ ਮਿੱਠੀ ਯਾਦ ਨੂੰ ਤਾਜ਼ਾ ਕੀਤਾ। ਸੋ ਇਸ ਢੰਗ ਦੇ ਨਾਲ ਇਹ ਜਿਹੜਾ ਇਤਿਹਾਸ ਹੈ ਅੱਗੇ ਵੱਧਦਾ। ਆਪਾਂ ਇਹ ਵਿਚਾਰ ਅੱਗੇ ਇਵੇਂ ਜਾਰੀ ਰੱਖਾਂਗੇ। ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ ਜੀ। ਸੋ ਸੰਗਤ ਜੀ, ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਜੀਵਨ ਇਤਿਹਾਸ ਦੇ ਨਾਲ ਜੁੜੇ ਹੋਏ ਹਾਂ। ਇੱਕ ਬੜੀ ਵੱਡੀ ਘਟਨਾ ਹੈ ਇਤਿਹਾਸ ਦੀ, ਜਿਹਨੂੰ ਆਪਾਂ ਚੱਪੜ ਚਿੜੀ ਦੀ ਜੰਗ ਕਹਿੰਦੇ ਆ। ਸਰਹੰਦ ਫਤਿਹ ਦਿਵਸ ਜਿਹੜਾ ਆਪਾਂ ਮਨਾਇਆ ਪਿੱਛੇ, ਉਸ ਦੇ ਨਾਲ ਜੁੜਿਆ ਹੋਇਆ ਇਤਿਹਾਸ ਬੜਾ ਗੌਰਵਮਈ ਇਤਿਹਾਸ ਹੈ ਤੇ ਬੜਾ ਹੀ ਇੱਕ ਗਿਆਨ ਦੇਣ ਵਾਲਾ, ਇੱਕ ਜਜ਼ਬੇ ਵਾਲਾ ਇਤਿਹਾਸ ਹੈ। ਜਿਵੇਂ ਕਿ ਆਪਾਂ ਪਿੱਛੇ ਵਿਚਾਰ ਕਰ ਰਹੇ ਸੀ, ਇਹੋ ਸਮਾਂ ਸੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਆਪਣੀ ਖੇਡ ਰਚਾ ਕੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਉਹ ਸਰੀਰ ਕੋਲਾ ਕਰ ਗਏ। ਹੁਣ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਸੰਗਤਾਂ ਦਾ ਕਿੰਨਾ ਕੁ ਲਗਾਵ ਸੀ ਕਿ ਅੱਜ ਵੀ ਹੈ। ਅੱਜ ਵੀ ਸੰਗਤਾਂ ਦੇ ਸਾਹਾਂ ਦੇ ਵਿੱਚ ਉਹ ਵਸਦੇ ਨੇ। ਪਰ ਉਸ ਵੇਲੇ ਦੀ ਸੰਗਤ ਦਾ ਜੇ ਆਪਾਂ ਅੰਦਾਜ਼ਾ ਲਗਾਈਏ, ਕਿਉਂਕਿ ਜਿਹੜੇ ਉਹਨਾਂ ਦੇ ਨਾਲ ਵਿਚਰੇ ਜਾਂ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਤੇ ਨਾਲ ਹੀ ਇਹ ਪਤਾ ਲੱਗਿਆ ਕਿ ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਉਹਨਾਂ ਦੇ ਵਾਸਤੇ ਉਸ ਸਮੇਂ ਇਹ ਸਾਰੀਆਂ ਗੱਲਾਂ ਇੱਕ ਬੜਾ ਹੀ ਵੱਡਾ ਝਟਕਾ ਵੀ ਆਪਾਂ ਕਹਿ ਸਕਦੇ ਹਾਂ। ਅਜਿਹੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਣਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਦਾ ਜਥੇਦਾਰ ਥਾਪ ਕੇ ਭੇਜਿਆ, ਤੇ ਇੱਕ ਸੁਭਾਗੀ ਜੀ ਗੱਲ ਹੁੰਦੀ ਹੈ ਸੰਗਤ ਜੀ ਕਿ ਜਦੋਂ ਅਜਿਹੇ ਹਾਲਾਤ ਹੋਣ ਤੇ ਫਿਰ ਜਿਹੜੀ ਆਮ ਸੰਗਤ ਹੁੰਦੀ ਹੈ, ਫਿਰ ਉਹਦੇ ਮਨ ਦੇ ਵਿੱਚ ਇੱਕ ਵੈਰਾਗ ਦੀ ਭਾਵਨਾ ਇੱਕ ਹੁੰਦੀ ਹੈ। ਸੋ ਜਦੋਂ ਇਹ ਸਾਰੇ ਸਿੰਘ ਆਪਸ 'ਚ ਮਿਲਦੇ ਨੇ, ਜਿਹੜੀ ਪਹਿਲੀ ਮਿਲਣੀ ਹੁੰਦੀ ਹੈ ਉੱਥੇ, ਇੱਥੇ ਥੋੜ੍ਹੀ ਜਿਹੀ ਇੱਕ ਮਿਲਾਪ ਦੀ ਖੁਸ਼ੀ ਹੁੰਦੀ ਹੈ ਕਿ ਹਾਂ ਗੁਰਸਿੱਖ ਮਿਲੇ ਨੇ।
ਉੱਥੇ ਨਾਲ ਹੀ ਨਾਲ, ਕਿਉਂਕਿ ਗੁਰੂ ਕਲਗੀਧਰ ਦਾ ਵਿਛੋੜਾ ਕੋਈ ਛੋਟੀ ਘਟਨਾ ਨਹੀਂ ਸਿੱਖ ਜਗਤ ਦੇ ਵਾਸਤੇ। ਇੱਥੇ ਇਤਿਹਾਸਕਾਰਾਂ ਨੇ ਇਸ ਨੂੰ ਬਹੁਤ ਛੋਟਾ ਜਿਹਾ ਇੱਕ ਪਹਿਲੂ ਦੱਸਦੇ ਨੇ, ਪਰ ਮੈਂ ਸਮਝਦਾ ਕਿ ਬਹੁਤ ਵੱਡੀ ਘਟਨਾ ਸੀ। ਉਹ ਸਾਰੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਇੱਕ ਬੜਾ ਵੱਡਾ ਖਲਾਅ ਸੀ। ਫਿਰ ਜਦੋਂ ਇਹ ਸਿੰਘਾਂ ਨੂੰ ਮਿਲੇ ਨੇ ਜਿਹੜੇ ਉਦੋਂ ਆਏ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਦਿਆ ਸਿੰਘ ਜੀ ਤੇ ਰਣ ਸਿੰਘ, ਇਹ ਸਾਰੇ ਜਿਹੜੇ ਤੇ ਨਾਲ ਹੋਰ ਜਿਹੜੇ ਸਿੰਘ ਆਏ ਸੀ ਉਹਨਾਂ ਦੇ ਨਾਲ, ਤੇ ਇਹ ਸਾਰੀਆਂ ਫਿਰ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਮਹਾਰਾਜ ਕਿੱਦਾਂ ਵਿਚਰੇ, ਕੀ ਕਰਦੇ ਸੀ, ਕਿਵੇਂ ਹੋਇਆ। ਸੋ ਇਹ ਸਾਰੀਆਂ ਇੱਕ ਸਾਂਝਾਂ ਜਿਹੜੀਆਂ ਨੇ, ਜਿਹੜਾ ਸੀਨਾ ਬਸੀਨਾ ਇਤਿਹਾਸ ਜਿਹੜਾ ਚੱਲਦਾ ਹੈ ਉਹ ਇਵੇਂ ਹੀ ਚੱਲਦਾ ਸੀ। ਸੋ ਸਾਰੀਆਂ ਮਿੱਠੀਆਂ ਯਾਦਾਂ ਜਿਹੜੀਆਂ, ਕਿਉਂਕਿ ਜਦੋਂ ਇਹ ਸਾਰੇ ਸਿੰਘ ਚੱਲੇ ਸਨ ਉਦੋਂ ਗੁਰੂ ਕਲਗੀਧਰ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਸਨ। ਠੀਕ ਹੈ, ਉਹ ਤਕਲੀਫ ਜ਼ਰੂਰ ਸੀ, ਪਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਬਾਅਦ 'ਚੋਂ ਤਕਲੀਫ ਜ਼ਿਆਦਾ ਵੱਧ ਗਈ ਤੇ ਉਹਦੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਖੇਡ ਰਚਾਈ ਸੀ। ਖੈਰ, ਔਰ ਉਸ ਤੋਂ ਬਾਅਦ ਵੀ ਉਹਨਾਂ ਨੇ ਹੋਰ ਜੋ ਕਲਾ ਵਰਤਾਈਆਂ ਨੇ ਉਹ ਸਾਰੇ ਆਪਾਂ ਜਾਣਦੇ ਇਤਿਹਾਸ ਦਾ ਹਿੱਸਾ ਨੇ। ਪਰ ਇੱਥੇ ਜਿਹੜੀ ਸਾਡੇ ਸਾਹਮਣੇ ਗੱਲ, ਕਿਉਂਕਿ ਇੱਕ ਵਿਛੋੜੇ ਦੀ, ਇੱਕ ਜਜ਼ਬਾਤਾਂ ਦੀ, ਇੱਕ ਭਾਵਨਾਵਾਂ ਦੀ ਗੱਲ ਹੈ, ਕਿਉਂਕਿ ਜਿਸ ਗੱਲ ਵੱਲ ਮੈਂ ਸੰਗਤ ਜੀ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ, ਕਿਉਂਕਿ ਸਰਹੰਦ ਦੇ ਇੱਟ ਨਾਲ ਇੱਟ ਖੜਕਾਉਣੀ, ਠੀਕ ਆ, ਆਪਾਂ ਬਚਪਨ ਤੋਂ ਇਹ ਗੱਲ ਸੁਣਦੇ ਆਏ ਹਾਂ, ਇਤਿਹਾਸ ਦੇ ਵਿੱਚ ਦਰਜ ਹੈ, ਪਰ ਇਹ ਇੰਨੀ ਸੌਖੀ ਨਹੀਂ ਸੀ ਜਿੰਨੀ ਕੁ ਸਹਿਜੇ ਹੀ ਆਪਾਂ ਇਸ ਗੱਲ ਨੂੰ ਮੁਕਾ ਦਿੰਦੇ ਆ ਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸੋ ਇਹ ਕੋਈ ਛੋਟੀ ਜਿਹੀ ਘਟਨਾ ਨਹੀਂ ਸੀ। ਇੱਕ ਛੋਟੀ ਜਿਹੀ ਗੁਰੂ ਕਲਗੀਧਰ ਪਾਤਸ਼ਾਹ ਤੋਂ ਟੁਕੜੀ ਲੈ ਕੇ, ਉਹਨਾਂ ਦੀਆਂ ਬਖਸ਼ਿਸ਼ਾਂ ਲੈ ਕੇ, ਮਿਹਰ ਲੈ ਕੇ ਉਹ ਚੱਲੇ। ਸੋ ਸਾਡਾ ਧਿਆਨ ਮੁੱਖ ਰੂਪ ਦੇ ਵਿੱਚ ਸਾਰੀ ਜੋ ਆਪਾਂ ਇਤਿਹਾਸ ਦੇ ਨਾਲ ਜੋੜੇ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਹ ਮਿਹਰ ਰਹਿਮਤ, ਉਹਨਾਂ ਦੀ ਉਹ ਸਿੱਖਿਆ, ਉਹਨਾਂ ਦੀ ਉਹ ਗਾਈਡੈਂਸ ਤੇ ਸੰਗਤਾਂ ਦਾ ਉਹ ਜਜ਼ਬਾ। ਕਿਉਂਕਿ ਆਪਾਂ ਜਾਣਦੇ ਹਾਂ ਕਿ ਅਨੰਦਪੁਰ ਸਾਹਿਬ ਦੀ ਉਸ ਘਟਨਾ ਤੋਂ ਬਾਅਦ ਜਦੋਂ ਖਦਰਾਣੇ ਦੀ ਢਾਬ ਦੇ ਉੱਤੇ ਜੰਗ ਹੁੰਦਾ, ਉੱਥੇ ਫਿਰ ਜਿਹੜਾ ਕੋਈ ਤੋੜ ਵਿਛੋੜਾ ਕਰ ਗਏ ਸਨ, ਉਹਨਾਂ ਵੀ ਆਣ ਕੇ ਆਪਣੀ ਟੁੱਟੀ ਗੰਢ ਲਈ ਸੀ। ਸੋ ਪੰਥ ਦੇ ਵਿੱਚ ਨਵੀਂ ਲਹਿਰ ਜਾਗ ਚੁੱਕੀ ਸੀ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦਮਦਮਾ ਸਾਹਿਬ ਵਿਖੇ ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਦੀ ਪਹੋਲ ਅੰਮ੍ਰਿਤ ਦੀ ਦਾਤ ਬਖਸ਼ ਕੇ ਜੋ ਹੈ ਗੁਰੂ ਕੇ ਜਹਾਜ਼ੇ ਚਾੜਿਆ ਸੀ। ਸੋ ਪੰਥ ਖਾਲਸਾ ਉਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਸੀ। ਪਰ ਕਿਉਂਕਿ ਆਖਰੀ ਜੰਗ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੁਦ ਜਿਸ ਦੀ ਅਗਵਾਈ ਕੀਤੀ, ਉਹ ਖਦਰਾਣੇ ਦੀ ਢਾਬ ਦੀ ਸੀ। ਉਸ ਤੋਂ ਬਾਅਦ ਦਮਦਮਾ ਸਾਹਿਬ ਦਾ ਆਪਾਂ ਇਤਿਹਾਸ ਜਾਣਦੇ ਹਾਂ। ਹੁਣ ਫਿਰ ਕਿਉਂਕਿ ਇੱਕ ਬਾਕੀ ਜਿੱਥੇ ਗੱਲਾਂ ਨਾਲ ਚੱਲਦੀਆਂ ਨੇ, ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉੱਤੇ ਜੋ ਅਟੈਕ ਹੋਇਆ, ਸੋ ਜਿਹਦੀ ਆਪਾਂ ਪਿੱਛੇ ਵੀ ਵਿਚਾਰ ਕੀਤੀ, ਸੋ ਇੱਕ ਫੌਰੀ ਕਾਰਨ ਬਣਿਆ ਜਿਸ ਨੂੰ ਲੈ ਕੇ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇਹ ਜੋ ਭੰਗਾਣੀ ਦੇ ਯੁੱਧ ਦੇ ਵਿੱਚ ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ। ਇਹਦਾ ਅਸਰ ਜਿਹੜਾ ਮੌਕੇ ਦਾ ਅਸਰ ਉਸ ਵੇਲੇ ਹੋਇਆ। ਸੋ ਇਹ ਸਾਰਾ ਜਥਾ ਜਿਹੜਾ ਆਇਆ ਹੋਇਆ ਸੀ, ਜਿਵੇਂ ਕਿ ਆਪਾਂ ਪਿੱਛੇ ਗੱਲ ਕੀਤੀ ਹੈ। ਸੋ ਦਿੱਲੀ ਤੋਂ ਅੱਗੇ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ, ਫਿਰ ਛੋਟੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇੱਥੇ ਆਣ ਕੇ ਫਿਰ ਸੰਗਤਾਂ ਦੇ ਨਾਲ ਮਿਲਾਪ ਵਧਾਉਂਦੇ ਨੇ। ਪਿੱਛੋਂ ਤਾਂ ਲੁਕ ਛਿਪ ਕੇ ਆ ਰਹੇ ਸੀਗੇ, ਕਿਉਂਕਿ ਉਹ ਇਲਾਕਾ ਓਪਰਾ ਇਲਾਕਾ ਸੀ, ਉਸ ਕੋਈ ਬਹੁਤੀ ਕਿਸੇ ਨਾਲ ਬਹੁਤ ਜ਼ਿਆਦਾ ਸਾਂਝ ਨਹੀਂ ਰੱਖੀ। ਸੋ ਦਿੱਲੀ ਤੋਂ ਅੱਗੇ ਆ ਕੇ ਸੋ ਛੋਟੀਆਂ ਛੋਟੀਆਂ ਘਟਨਾਵਾਂ, ਜਿੱਥੇ ਉਹ ਪਿੰਡ ਦੇ ਵਿੱਚ ਧਾੜਵੀਆਂ ਨੂੰ ਲਤਾੜਿਆ, ਸੋ ਉੱਥੋਂ ਥੋੜ੍ਹੀ ਬਹੁਤੀ ਜਿਹੜੀ ਰਸਤ ਪਾਣੀ ਜਾਂ ਹੋਰ ਮਾਇਆ ਇਕੱਤਰ ਹੋਈ। ਉਸ ਤੋਂ ਬਾਅਦ ਇਸੇ ਸਮੇਂ ਦੌਰਾਨ ਹੀ ਜਿਹੜੇ ਉੱਧਰੋਂ ਭਾਈ ਆਲੀ ਸਿੰਘ, ਮਾਲੀ ਸਿੰਘ, ਉਹ ਵੀ ਆ ਜਾਂਦੇ ਨੇ, ਹੋਰ ਮਾਲਵੇ ਦੇ ਜਿਹੜੇ ਸਿੰਘ ਨੇ ਉਹ ਵੀ ਆ ਜਾਂਦੇ ਨੇ। ਹੁਣ ਇਹ ਸਾਰੇ ਸਿੰਘ ਵਿਚਾਰ ਕਰਦੇ ਨੇ, ਕਿਉਂਕਿ ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਮਾਝੇ ਦੇ ਤੇ ਜਿਹੜੇ ਦੁਆਬੇ ਦੇ ਸਿੰਘ ਨੇ ਉਹਨਾਂ ਨੂੰ ਉੱਥੇ ਰੁਕਣ ਦੇ ਵਾਸਤੇ ਸੁਨੇਹਾ ਭੇਜਿਆ ਹੋਇਆ ਸੀ। ਇੱਥੇ ਹੁਣ ਕੁਝ ਮਹੀਨਿਆਂ ਦਾ ਸਮਾਂ ਜਿਹੜਾ ਇੱਥੇ ਗੁਜ਼ਾਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਖੇਤਰ ਦੇ ਵਿੱਚ, ਤੇ ਕਾਫੀ ਸਿੰਘ ਜਦੋਂ ਇਕੱਤਰ ਹੋ ਗਏ, ਫਿਰ ਸਿੰਘਾਂ ਨੇ ਆਪਸ 'ਚ ਵਿਚਾਰਾਂ ਕੀਤੀਆਂ ਬਾਬਾ ਜੀ ਦੇ ਨਾਲ ਵੀ ਹੁਣ ਆਪਾਂ ਨੂੰ ਆਪਣੀ ਮੁਹਿੰਮ ਜਿਹੜੀ ਉਹ ਸ਼ੁਰੂ ਕਰਨੀ ਚਾਹੀਦੀ ਹੈ, ਜਿਸ ਵਾਸਤੇ ਆਪਾਂ ਇਕੱਤਰ ਹੋਏ ਹਾਂ। ਪਰ ਬਾਬਾ ਜੀ ਉਹਨਾਂ ਨੇ ਕਿਹਾ ਕਿ ਅਜੇ ਆਪਾਂ ਥੋੜ੍ਹੀ ਆਪਣੀ ਜਿਹੜੀ ਜਥੇਬੰਦਕ ਸ਼ਕਤੀ ਇਹਨੂੰ ਹੋਰ ਵਧਾਈਏ। ਸੋ ਇਸ ਢੰਗ ਦੇ ਨਾਲ ਹੌਲੀ ਹੌਲੀ ਬਾਬਾ ਜੀ ਦੇ ਕੋਲ ਕਰੀਬ 500 ਦੇ ਕਰੀਬ ਜਿਹੜਾ ਹੈ ਇਹ ਜਥਾ ਸਿੰਘਾਂ ਦਾ ਬਣ ਗਿਆ।
ਇਸ ਇਲਾਕੇ, ਕੁਝ ਪੰਜਾਬ ਤੋਂ ਆ ਗਏ, ਕੁਝ ਆਲੇ ਦੁਆਲੇ ਤੋਂ। ਸੋ ਇਸ ਢੰਗ ਦੇ ਨਾਲ ਇੱਕ ਤਾਕਤ ਜਿਹੜੀ ਹੈ ਹੌਲੀ ਹੌਲੀ ਵਧਣੀ ਸ਼ੁਰੂ ਹੋ ਗਈ। ਇੱਥੇ ਫਿਰ ਹੁਣ ਸੋਨੀਪਤ ਜਿਹੜਾ ਇੱਕ ਮੁੱਖ ਜਿਹੜਾ ਨਗਰ ਜਿਹੜਾ ਬਹੁਤ ਪੁਰਾਣਾ ਸੀਗਾ, ਮਜ਼ਬੂਤ ਵੀ ਸੀ, ਪਰ ਕਿਉਂਕਿ ਆਲੇ ਦੁਆਲੇ ਛੋਟੀਆਂ ਛੋਟੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸਨ, ਇਸ ਦੇ ਨਾਲ ਉੱਥੋਂ ਦਾ ਜਿਹੜਾ ਫੌਜਦਾਰ ਸੀ ਉਹ ਵੀ ਘਬਰਾ ਗਿਆ। ਉਹਨੇ ਮੁਕਾਬਲਾ ਹੀ ਨਹੀਂ ਕੀਤਾ, ਉਹ ਦਿੱਲੀ ਨੂੰ ਦੌੜ ਗਿਆ ਤੇ ਉਹਦਾ ਜਿਹੜਾ ਉੱਥੇ ਮਾਲ ਖਜ਼ਾਨਾ ਸੀਗਾ ਉਹ ਵੀ ਸਿੰਘਾਂ ਦੇ ਹੱਥ ਆਇਆ। ਇਹ ਛੋਟੀ ਜਿਹੀ ਇੱਕ ਜਿੱਤ ਸੀ, ਪਰ ਸਿੰਘਾਂ ਦੇ ਇਸ ਦੇ ਨਾਲ ਹੋਰ ਹੌਸਲੇ ਵੱਧ ਗਏ, ਕਿਉਂਕਿ ਉਸ ਵੇਲੇ ਤੱਕ ਜਿਵੇਂ ਆਪਾਂ ਗੱਲ ਕਰਦੇ ਕਿ 500 ਸਿੰਘਾਂ ਦਾ ਜਥਾ ਜਿਹੜਾ ਸੀਗਾ ਉਹ ਇਕੱਤਰ ਹੋ ਚੁੱਕਾ ਸੀ। ਸੋ ਇਸ ਦੇ ਨਾਲ ਹੀ ਥੋੜਾ ਹੋਰ ਅੱਗੇ ਵੱਧਦੇ ਨੇ, ਕੈਥਲ ਦੇ ਕਰੀਬ ਆਉਂਦੇ ਨੇ ਤੇ ਉੱਥੇ ਆ ਕੇ ਸਿੰਘਾਂ ਨੂੰ ਪਤਾ ਲੱਗਦਾ ਕਿ ਲਾਹੌਰ ਤੋਂ ਜਿਹੜਾ ਸਰਕਾਰੀ ਖਜ਼ਾਨਾ ਉਹ ਦਿੱਲੀ ਨੂੰ ਜਾ ਰਿਹਾ ਤੇ ਇੱਕ ਚੰਗਾ ਮੌਕਾ ਹੈ, ਕਿਉਂਕਿ ਇਹ ਖਜ਼ਾਨਿਆਂ ਦੀ ਸਾਨੂੰ ਲੋੜ ਪੈਣੀ ਹੈ, ਹਥਿਆਰਾਂ ਦੀ ਲੋੜ ਪੈਣੀ ਹੈ, ਘੋੜਿਆਂ ਦੀ ਲੋੜ ਪੈਣੀ। ਸੋ ਇਸ ਢੰਗ ਦੇ ਨਾਲ ਇਹ ਸਾਰਾ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਕਿਉਂ ਨਾ ਇਸ ਖਜ਼ਾਨੇ ਦੇ ਉੱਤੇ ਜਿਹੜਾ ਹੈ ਕਬਜ਼ਾ ਕੀਤਾ ਜਾਏ। ਸੋ ਬਾਬਾ ਬੰਦਾ ਸਿੰਘ ਬਹਾਦਰ ਉਹ ਵੀ ਜਦੋਂ ਸਾਰੇ ਸਿੰਘ ਮਿਲ ਕੇ ਗੁਰਮਤਾ ਕਰਦੇ ਨੇ, ਰਾਏ ਕਰਦੇ ਨੇ, ਉਹ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਇੱਕ ਬਹੁਤ ਵਧੀਆ ਮੌਕਾ ਹੈ ਜੇ ਆਪਾਂ ਇਸ ਨੂੰ ਪੂਰਾ ਲਾਭ ਲਈਏ। ਸੋ ਸਿੰਘ ਜਾ ਕੇ ਜਿਹੜਾ ਨਾਲ ਨਫਰੀ ਜਾ ਰਹੀ ਹੁੰਦੀ ਉਹਦੇ ਉੱਤੇ ਜਾ ਕੇ ਹਮਲਾ ਕਰਕੇ ਖਜ਼ਾਨਾ ਜਿਹੜਾ ਆਪਣੇ ਕਬਜ਼ੇ 'ਚ ਕਰ ਲੈਂਦੇ ਨੇ। ਇਹ ਇੱਕ ਬੜੀ ਵੱਡੀ ਜਿਹੜੀ ਇਹ ਕਾਮਯਾਬੀ ਉਸ ਵੇਲੇ ਦੀ ਜਿਹੜੀ ਆਪਾਂ ਸਮਝ ਸਕਦੇ ਹਾਂ ਕਿ ਸਿੰਘਾਂ ਦੇ ਕੋਲ ਚੋਖਾ ਖਜ਼ਾਨਾ ਆ ਗਿਆ, ਕਿਉਂਕਿ ਸਰਕਾਰੀ ਖਜ਼ਾਨਾ ਜਿਹੜਾ ਜਾ ਰਿਹਾ ਸੀ ਉਹ ਹੱਥ ਲੱਗ ਗਿਆ। ਉਧਰੋਂ ਕੈਥਲ ਦਾ ਜਿਹੜਾ ਆਲਮ ਸੀਗਾ ਉਹਨੂੰ ਜਦੋਂ ਪਤਾ ਲੱਗਿਆ ਤੇ ਉਹ ਉੱਥੇ ਹਿੰਦੂ ਆਲਮ ਸੀਗਾ ਉਸ ਵੇਲੇ, ਵੈਸੇ ਉਹਨੇ ਨਾਲ ਪੁਲਿਸ ਵਗੈਰਾ ਲਈ ਤੇ ਉਹਨੇ ਇੱਧਰ ਨੂੰ ਹੱਲਾ ਬੋਲਿਆ ਤੇ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਇੱਧਰੋਂ ਫੋਰਸ ਇੱਧਰੋਂ ਵੀ ਆ ਰਹੀ ਆ। ਫਿਰ ਲੁੱਕ ਛਿਪ ਗਏ। ਜ਼ਿਆਦਾਤਰ ਤਾਂ ਸਿੰਘ ਪੈਦਲ ਹੀ ਸੀ, ਜਿਨ੍ਹਾਂ ਨੂੰ ਆਪਾਂ ਪਿਆਦੇ ਕਹਿ ਦਿੰਦੇ ਆ। ਘੋੜਸਵਾਰ ਘੱਟ ਸੀਗੇ, ਸੋ ਘੋੜਸਵਾਰ ਥੋੜੇ ਸੀ, ਪਰ ਜਿਹੜੇ ਉਹਨਾਂ ਲੁੱਕ ਛਿਪ ਗਏ। ਉਧਰੋਂ ਜਿਵੇਂ ਹੀ ਉਹ ਉਧਰੋਂ ਫੋਰਸ ਜਿਹੜੀ ਆਈ ਸੀ ਤੇ ਉਹਨਾਂ ਨੂੰ ਘੇਰੇ ਜਿਹੇ ਦੇ ਵਿੱਚ ਲੈ ਕੇ ਫਿਰ ਉਹਨਾਂ ਦੇ ਉੱਤੇ ਸਿੰਘਾਂ ਨੇ ਜਦੋਂ ਜਕਾਰੇ ਬੁਲਾ ਕੇ ਚੜਾਈ ਕੀਤੀ ਤੇ ਉਹ ਵੀ ਜਿਹੜੀ ਸੀ ਆਲਮ ਜਿਹੜਾ ਚੜ ਕੇ ਆਇਆ ਸੀ ਖਜ਼ਾਨਾ ਆਪਣੇ ਆਪ ਕਬਜ਼ੇ 'ਚ ਲੈਣ ਵਾਸਤੇ ਆਇਆ ਸੀ, ਉਹਦਾ ਸਗੋਂ ਉਲਟਾ ਹਾਲ ਹੋ ਗਿਆ। ਉਹਨੂੰ ਵੀ ਫੜ ਲਿਆ ਸਿੰਘਾਂ ਨੇ ਤੇ ਬਾਕੀ ਵੀ ਸਾਰੀ ਜਿਹੜੀ ਉਹਦੀ ਜਿਹੜੀ ਪੁਲਿਸ ਆਈ ਸੀ ਉਹ ਕੁਝ ਭੱਜ ਗਈ, ਕੁਝ ਉੱਥੇ ਸਿੰਘਾਂ ਨੇ ਚਿੱਤ ਕਰ ਦਿੱਤੇ। ਸੋ ਇਸ ਢੰਗ ਦੇ ਨਾਲ ਉਹ ਆਲਮ ਜਿਹੜਾ ਸੀਗਾ ਉਹਨੂੰ ਵੀ, ਕਿਉਂਕਿ ਉਹਨੇ ਆਪਣੇ ਮਨ ਦੀ ਮਜਬੂਰੀ ਦੱਸੀ, ਜੋ ਵੀ ਉਹਦੀ ਡਿਊਟੀ ਸੀ। ਸੋ ਸਿੰਘਾਂ ਨੇ ਉਹਨੂੰ ਕਿਹਾ ਵੀ ਚੱਲ ਤੈਨੂੰ ਅਸੀਂ ਜੀਵਨ ਦਾਨ ਦਿੰਦੇ ਹਾਂ, ਪਰ ਇਹ ਜਿਹੜੇ ਘੋੜੇ ਨੇ ਇਹ ਹੁਣ ਖਾਲਸੇ ਦੇ ਹੋਏ। ਤੇ ਉਹ ਖੁਸ਼ੀ ਇਹਨੇ ਸਾਰੀਆਂ ਗੱਲਾਂ ਮੰਨ ਲਈਆਂ। ਉਸ ਆਲਮ ਨੂੰ ਹੀ ਫਿਰ ਉੱਥੇ ਨਿਯੁਕਤ ਕਰ ਦਿੱਤਾ, ਕੈਥਲ ਦਾ ਆਲਮ ਫਿਰ ਉਹਨੂੰ ਹੀ ਨਿਯੁਕਤ ਕਰ ਦਿੱਤਾ, ਪਰ ਉਹਦੇ ਨਾਲ ਸਿੰਘ ਜਿਹੜੇ ਸੀ ਸਿੰਘਾਂ ਦਾ ਇੱਕ ਛੋਟਾ ਜਿਹੀ ਟੁਕੜੀ ਜਿਹੜੀ ਉੱਥੇ ਛੱਡ ਦਿੱਤੀ ਜਿਹੜਾ ਮਾਲੀਆ ਇਕੱਠਾ ਕਰਨ ਵਾਸਤੇ। ਸੋ ਇਸ ਢੰਗ ਦੇ ਨਾਲ ਇਹ ਕੈਥਲ ਦੀ ਜਿਹੜੀ ਘਟਨਾ ਇਹ ਵੀ ਇੱਕ ਅਹਿਮ ਘਟਨਾ, ਸੋਨੀਪਤ ਕੈਥਲ, ਇਹ 'ਚ ਘਟਨਾਵਾਂ ਜਿਹੜੀਆਂ ਹੈ ਭਾਵੇਂ ਛੋਟੀਆਂ ਸੀ, ਛੋਟੀਆਂ ਝੜਪਾਂ ਸੀਗੀਆਂ, ਪਰ ਇਹਦੇ ਨਾਲ ਇੱਕ ਤਾਂ ਖਜ਼ਾਨਾ ਸਿੰਘਾਂ ਦੇ ਹੱਥ ਲੱਗਾ, ਕਿਉਂਕਿ ਉਹਦੀ ਜ਼ਰੂਰਤ ਸੀਗਾ ਅੱਗੇ ਵਧਣ ਦੇ ਵਾਸਤੇ, ਤੇ ਨਾਲ ਹਥਿਆਰਾਂ ਦੀ ਜ਼ਰੂਰਤ ਸੀ, ਘੋੜੇ ਸਿੰਘਾਂ ਦੇ ਹੱਥ ਲੱਗ ਗਏ। ਇਸ ਦੇ ਨਾਲ ਸਿੰਘਾਂ ਦੇ ਜਿਹੜੇ ਮਨੋਬਲ ਵਧੇ। ਇੱਥੇ ਇੱਕ ਹੋਰ ਘਟਨਾ, ਚਾਹੇ ਹੈ ਉਹ ਛੋਟੀ, ਪਰ ਜੇ ਉਹਨੂੰ ਬਰੀਕੀ ਦੇ ਨਾਲ ਦੇਖੀਏ ਤਾਂ ਕਾਫੀ ਮਹੱਤਵਪੂਰਨ ਘਟਨਾ ਲੱਗਦੀ ਹੈ। ਜਦੋਂ ਇਹ ਸਰਕਾਰੀ ਖਜ਼ਾਨਾ ਸਿੰਘਾਂ ਦੇ ਹੱਥ ਲੱਗਦਾ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਕਾਫੀ ਵੱਡਾ ਖਜ਼ਾਨਾ ਸੀ, ਉਹਨਾਂ ਨੇ ਜਿਹੜੇ ਨਾਲ ਸਿੰਘ ਸੀ ਉਹਨਾਂ ਦੇ ਵਿੱਚ ਖੂਬ ਖੁੱਲ੍ਹਦਿਲੀ ਨਾਲ ਵੰਡਿਆ। ਉੱਥੋਂ ਜਿਹੜੇ ਨਾਲ ਸਿੰਘ ਆ ਰਹੇ ਸੀ ਉਹਨਾਂ ਦੇ ਮਨ 'ਚ ਇੱਕ ਭਾਵਨਾ ਗਈ ਹੈ ਕਿ ਇਹ ਕੋਈ ਨਿੱਜੀ ਸਵਾਰਥ ਵਾਸਤੇ ਨਹੀਂ ਚੱਲੇ ਹੋਏ। ਜਿਹੜੇ ਸਾਡੇ ਜਥੇਦਾਰ ਨੇ, ਸਾਡੇ ਜਰਨੈਲ ਨੇ ਬੰਦਾ ਸਿੰਘ ਬਹਾਦਰ, ਇਹ ਸੂਰਬੀਰ ਯੋਧੇ ਨੇ, ਇਹਨਾਂ ਦਾ ਕੋਈ ਮਾਇਆ ਦੇ ਨਾਲ ਕੋਈ ਖਿੱਚ ਖੁੱਚ ਨਹੀਂ ਹੈਗੀ ਐਡੀ। ਸੋ ਇਹ ਭਾਵਨਾ ਜਿਹੜੀ ਆ ਉੱਥੇ ਪ੍ਰਗਟ ਹੋਈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਜ਼ਾਨਾ ਸਿੰਘਾਂ ਦੇ ਵਿੱਚ ਖੁੱਲੇ ਹੱਥੀਂ ਵੰਡਿਆ ਤੇ ਉਹਦੇ ਨਾਲ ਸਿੰਘਾਂ ਦੇ ਮਨੋਬਲ ਜਿਹੜੇ ਸੀ ਹੋਰ ਵੱਡੇ ਹੋ ਗਏ। ਹੁਣ ਇੱਥੋਂ ਅੱਗੇ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਥੋੜੀ ਸ਼ਕਤੀ ਵੀ ਵਧੀ ਹੋਈ ਸੀ, ਖਜ਼ਾਨਾ ਵੀ ਕੋਲ ਸੀ, ਕੁਝ ਹਥਿਆਰ ਘੋੜੇ ਹੋਰ ਹੱਥ ਲੱਗੇ ਸਨ। ਸੋ ਅਜਿਹੇ ਦੇ ਵਿੱਚ ਉਹਨਾਂ ਦੀ ਵਿਚਾਰ ਫਿਰ ਹੁਣ ਆਪਣੇ ਮੁੱਖ ਨਿਸ਼ਾਨਿਆਂ ਵੱਲ ਜਿਹੜੀ ਬਣਨੀ ਸ਼ੁਰੂ ਹੋਈ, ਕਿਉਂਕਿ ਆਲੇ ਦੁਆਲੇ ਦੇ ਲੋਕਾਂ ਤੋਂ ਜੋ ਪਤਾ ਲੱਗਦਾ ਸੀ ਉਸ ਦੇ ਹਿਸਾਬ ਦੇ ਨਾਲ ਜਿਹੜੀਆਂ ਪਲੈਨਿੰਗਾਂ ਚੱਲਦੀਆਂ ਸੀ। ਇੱਕ ਜਿਹੜੇ ਮੁੱਖ ਵੱਡੇ ਨਿਸ਼ਾਨੇ ਉਹਨਾਂ ਨੇ ਮਿਥੇ ਹੋਏ ਸੀ, ਉਹਦੇ ਵਿੱਚ ਸਮਾਣਾ ਇੱਕ ਮੁੱਖ ਨਿਸ਼ਾਨਾ ਸੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜਾਣਦੇ ਸਨ
ਕਿ ਜੇ ਆਪਾਂ ਸਰਹੰਦ ਨੂੰ ਫਤਿਹ ਕਰਨਾ ਤੇ ਉਸ ਸਰਹੰਦ ਤੇ ਅਟੈਕ ਕਰਾਂਗੇ ਤੇ ਉਹਨੇ ਆਪਣੇ ਆਲੇ ਦੁਆਲੇ ਤੋਂ ਜਿਹੜੇ ਫੌਜਦਾਰ ਨੇ ਉਹਨਾਂ ਤੋਂ ਫੋਰਸ ਮੰਗਾਉਣੀ ਹੈ। ਸੋ ਸਿੰਘਾਂ ਨੇ ਮਿਲ ਕੇ ਇਹ ਮਤਾ ਪਕਾਇਆ ਸੀ ਕਿ ਕਿਉਂ ਨਾ ਪਹਿਲਾਂ ਵਜ਼ੀਰ ਖਾਂ ਦੀਆਂ ਉਹ ਬਾਹਾਂ ਹੀ ਭੰਨਦੀ ਹੈ ਜਿੱਥੋਂ ਉਹਨਾਂ ਨੇ ਆਉਣਾ ਵਾ। ਸੋ ਇਸ ਖੇਤਰ ਤੋਂ ਦਿੱਲੀ ਤੋਂ ਲੈ ਕੇ ਸਰਹੰਦ ਤੱਕ ਇਸ ਖੇਤਰ ਦੇ ਵਿੱਚ ਜਿਹੜੇ ਅਹਿਮ ਟਿਕਾਣੇ ਸੀ ਜਿੱਥੋਂ ਕਿ ਫੋਰਸ ਵਜ਼ੀਰ ਖਾਂ ਦੀ ਮਦਦ ਦੇ ਵਾਸਤੇ ਆ ਸਕਦੀ ਸੀ, ਉਹਨਾਂ ਨੂੰ ਸਿੰਘ ਚਿੱਤ ਕਰਦੇ ਕਰਦੇ ਹੀ ਅੱਗੇ ਵਧ ਰਹੇ ਸਨ। ਸੋ ਗੱਲ ਜਦੋਂ ਜੇ ਆਪਾਂ ਸਮਾਣੇ ਦੀ ਗੱਲ ਕਰਦੇ ਹਾਂ ਤੇ ਇਹ ਵੀ ਬੜਾ ਇੱਕ ਮਹੱਤਵਪੂਰਨ ਸ਼ਹਿਰ ਸੀ ਤੇ ਉਸ ਵੇਲੇ ਦਾ ਬੜਾ ਘੁੱਗ ਵਸਦਾ ਤੇ ਬੜਾ ਰਈਸ ਲੋਕ ਇੱਥੇ ਰਹਿੰਦੇ ਸੀ, ਸੈਯਦ ਲੋਕ ਰਹਿੰਦੇ ਸੀ। ਸੈਯਦ ਬੜੇ ਹੀ ਸਤਿਕਾਰਯੋਗ, ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਦੇ ਖਾਨਦਾਨ ਦੇ ਨਾਲ ਇਹਨਾਂ ਦਾ ਉਹ ਸਾਰਾ ਪਿੱਛੋਂ ਪਿਛੋਕੜ ਜੁੜਦਾ, ਪਰ ਕਿਉਂਕਿ ਅੱਗੋਂ ਚੱਲ ਚੱਲ ਕੇ ਇਹਦੇ ਵਿੱਚ ਜਿਹੜੀ ਖਾਸ ਇੱਕ ਗੱਲ ਜਿਹੜੀ ਹੈ ਜਿਹਨੂੰ ਸੁਣ ਕੇ ਸ਼ਾਇਦ ਆਪ ਜੀ ਵੀ ਜ਼ਰੂਰ ਹੈਰਾਨ ਹੋਵੋਗੇ ਕਿ ਜਿਹੜੇ ਜਲਾਦ ਸੀਗੇ, ਜਲਾਲੂਦੀਨ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕੀਤਾ ਸੀ, ਤੇ ਜਿਹੜੇ ਸ਼ਾਸ਼ਲ ਬੇਗ ਬਾਸ਼ਲ ਬੇਗ ਜਿਹੜੇ ਕਿ ਸਮਾਣੇ ਦੇ ਹੀ ਰਹਿਣ ਵਾਲੇ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ, ਜ਼ਿਬਾ ਕੀਤਾ ਸੀ, ਸੋ ਉਹ ਵੀ ਸਮਾਣੇ ਦੇ ਰਹਿਣ ਵਾਲੇ ਸਨ। ਇਹ ਘਟਨਾਵਾਂ ਬੜੀਆਂ ਗਹਿਰੀਆਂ ਅੱਜ ਤੱਕ ਵੇਖੋ ਆ ਸਦੀਆਂ ਗੁਜ਼ਰ ਗਈਆਂ, ਅੱਜ ਵੀ ਸਾਡੇ ਦਿਲਾਂ ਦੇ ਅੰਦਰ ਸਾਲਿਆ। ਪਰ ਇੱਕ ਜਿਹੜਾ ਜ਼ਿਕਰ ਇੱਥੇ ਇਤਿਹਾਸਕਾਰ ਸਾਡੇ ਸਾਹਮਣੇ ਲਿਆਉਂਦੇ ਡਾਕਟਰ ਗੰਡਾ ਸਿੰਘ ਹੋਰਾਂ ਨੇ, ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਸਾਰੇ ਜਿਹੜੇ ਸੀ ਸੈਯਦ ਸਨ ਜਿਹੜੇ ਮੁਹੰਮਦ ਸਾਹਿਬ ਦੇ ਖਾਨਦਾਨ ਦੇ ਨਾਲ, ਕਿਉਂਕਿ ਜਿਹੜੀ ਇਸਲਾਮ ਦੇ ਵਿੱਚ ਇਹ ਧਾਰਨਾ ਸੀ ਕਿ ਜਿਹੜੇ ਗੈਰ ਮੁਸਲਮਾਨ ਨੇ ਜੇ ਉਹ ਸਾਡੇ ਧਰਮ 'ਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਕਤਲ ਕਰਨਾ ਜਾਂ ਉਹਨਾਂ ਨੂੰ ਖਤਮ ਕਰਨਾ ਇੱਕ ਇਹ ਧਰਮ ਦੀ ਸੇਵਾ ਮੰਨੀ ਜਾਂਦੀ ਸੀ। ਸੋ ਇਸ ਵਾਸਤੇ ਇਹ ਅਖਤਿਆਰ ਜਿਹੜਾ ਸੈਯਦਾਂ ਨੂੰ ਦਿੱਤਾ ਜਾਂਦਾ ਸੀ ਕਿ ਜਿਹੜੇ ਧਾਰਮਿਕ ਜਿਹੜੇ ਇੱਦਾਂ ਦੇ ਜਿਨ੍ਹਾਂ ਨੂੰ ਉਹ ਅਪਰਾਧੀ ਸਮਝਦੇ ਸੀ ਜਾਂ ਕਾਫਰ ਸਮਝਦੇ ਸੀ, ਇਹਨਾਂ ਨੂੰ ਸਜ਼ਾ ਦੇਣ ਦਾ ਜਿਹੜਾ ਹੱਕ ਸੀਗਾ ਉਹ ਸੈਯਦਾਂ ਨੂੰ ਸੀ। ਸੋ ਇਹ ਜਿਹੜੇ ਜਲਾਲੂਦੀਨ ਇਹ ਸੈਯਦ ਸੀਗੇ, ਸ਼ਾਸ਼ਲ ਬੇਗ ਬਾਸ਼ਲ ਬੇਗ, ਇਹ ਸਾਰੇ ਉਸ ਲਾਈਨੇਜ ਨੂੰ ਜਿਹੜਾ ਬਿਲੋਂਗ ਕਰਦੇ ਸੀਗੇ। ਹੁਣ ਇੱਥੇ ਆ ਕੇ ਜਦੋਂ ਇਹ ਗੱਲਾਂ ਸਾਰੀਆਂ ਵੇਖੋ ਅੱਜ ਆਪਾਂ ਇਹਨਾਂ ਨੂੰ ਵਿਚਾਰ ਰਹੇ ਸੁਣ ਰਹੇ ਹਾਂ, ਅੱਜ ਆਪਾਂ ਨੂੰ ਮਹਿਸੂਸ ਹੋ ਰਿਹਾ ਜਦੋਂ ਉਹਨਾਂ ਸਿੰਘਾਂ ਨੂੰ ਪਤਾ ਲੱਗਾ ਹੋਏਗਾ ਕਿ ਹੁਣ ਉਹ ਜਿਹੜੇ ਜ਼ਲਾਦ ਨੇ ਜਿਨ੍ਹਾਂ ਨੇ ਏਡੇ ਵੱਡੇ ਕਾਰੇ ਕੀਤੇ ਹੋਏ ਨੇ ਉਹਨਾਂ ਦਾ ਸ਼ਹਿਰ ਆ ਰਿਹਾ। ਤੇ ਇੱਥੇ ਬੜੇ ਧਨਾੜ ਲੋਕ ਰਹਿੰਦੇ ਸਨ, ਸਾਰੇ ਹੀ ਬੜੇ ਜਿਵੇਂ ਕਹਿ ਲਈਏ ਅਰਿਸਟੋਕਰੇਟ ਟਾਈਪ ਇਹ ਉਸ ਵੇਲੇ ਹਵੇਲੀਆਂ ਸਨ, ਬੜਾ ਕੁਝ ਇੱਥੇ ਮੌਜੂਦ ਸੀਗਾ। ਸੋ ਸਮਾਣੇ ਦੇ ਉੱਤੇ ਅਟੈਕ ਕਰਨ ਦੀ ਜਿਹੜੀ ਵਿਉਂਤਬੰਦੀ ਸੀ ਉਹ ਸ਼ੁਰੂ ਹੋ ਗਈ, ਕਿਉਂਕਿ ਹੁਣ ਥੋੜ੍ਹੇ ਹੌਸਲੇ ਵੀ ਸਿੰਘਾਂ ਦੇ ਵਧੇ ਹੋਏ ਸਨ। ਸੋ ਹੱਥ ਦੇ ਵਿੱਚ ਜਿੱਥੇ ਹਥਿਆਰ ਸਨ, ਘੋੜੇ ਸਨ, ਉਹਦੇ ਨਾਲ ਹੀ ਨਾਲ ਖਜ਼ਾਨਾ ਵੀ ਕੋਲ ਮੌਜੂਦ ਸੀ। ਸੋ ਕਿਸ ਢੰਗ ਦੇ ਨਾਲ ਨਾਲੇ ਹੋਰ ਜਿਹੜੇ ਸੀਗੇ ਆਲੇ ਦੁਆਲੇ ਤੋਂ ਹੁਣ ਧਾੜਵੀ ਜਿਹੜੇ ਸੀਗੇ ਛੋਟੇ ਛੋਟੇ ਜਿਹੜੇ ਡਾਕੂ ਲੁਟੇਰੇ ਜਿਨ੍ਹਾਂ ਦਾ ਕੰਮ ਇਹ ਸੀਗਾ ਵੀ ਅਸੀਂ ਲੁੱਟਾਂ ਖੋਹਾਂ ਕਰਨੀਆਂ, ਉਹ ਵੀ ਨਾਲ ਜੁੜਨੇ ਸ਼ੁਰੂ ਹੋ ਗਏ ਸੀ। ਸੋ ਇਹ ਇੱਕ ਬੜਾ ਇਵੇਂ ਦਾ ਸਮਾਂ ਹੈ ਕਿਉਂਕਿ ਉਸ ਸਮੇਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਕੋਈ ਬਹੁਤ ਵੱਡੀ ਇੱਕ ਸੰਗਠਿਤ ਸ਼ਕਤੀ ਨਾਲ ਨਹੀਂ ਚੱਲ ਰਹੇ ਸੀ। ਸੋ ਅਜਿਹੇ ਦੇ ਵਿੱਚ ਜਿੱਥੇ ਇੱਕ ਸੰਗਠਿਤ ਸ਼ਕਤੀ ਸੀ ਉਹਦੇ ਨਾਲ ਨਾਲ ਲੋਕਾਂ ਨੂੰ ਜਿਹੜੇ ਇਸ ਢੰਗ ਦੇ ਜਿਹੜੇ ਲੋਕ ਹੁੰਦੇ ਨੇ ਧਾੜਵੀ ਟਾਈਪ, ਉਹ ਜਿਹੜੇ ਸੀ ਉਹ ਵੀ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਸੀ ਵੀ ਚਲੋ ਜਦੋਂ ਲੁੱਟ ਖੋਹ ਹੋਏਗੀ ਤੇ ਸਾਡਾ ਵੀ ਦਾਅ ਲੱਗ ਜਾਏਗਾ। ਤੇ ਐਸੇ ਮੌਕੇ ਦੇ ਉੱਤੇ ਕਿਉਂਕਿ ਜਦੋਂ ਹਕੂਮਤਾਂ ਦੇ ਨਾਲ ਟੱਕਰਾਂ ਲੈਣੀਆਂ ਹੋਣ ਜਾਂ ਇਸੇ ਹਾਲਾਤ ਹੋਣ ਤੇ ਉਦੋਂ ਸਾਰੇ ਪਾਸੇ ਮੋਰਚੇ ਨਹੀਂ ਖੋਲ੍ਹੇ ਜਾ ਸਕਦੇ ਹੁੰਦੇ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਮੁੱਖ ਨਿਸ਼ਾਨਾ ਜਿਹੜਾ ਸੀਗਾ ਉਹ ਸਮਾਣਾ ਸੀ, ਪਰ ਇਹਦੇ ਨਾਲ ਨਾਲ ਹੋਰ ਜਿਹੜੇ ਧਾੜਵੀ ਲੋਕ ਸੀ ਉਹਨਾਂ ਦਾ ਨਿਸ਼ਾਨਾ ਸੀ ਸਮਾਣੇ ਨੂੰ ਲੁੱਟਣਾ ਜਾਂ ਉੱਥੇ ਲੁੱਟ ਖਸੁੱਟ ਕਰਨੀ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਉਹਨਾਂ ਦੇ ਉੱਪਰ ਕੋਈ ਐਸਾ ਕੰਟਰੋਲ ਵੀ ਨਹੀਂ ਸੀ, ਕਿਉਂਕਿ ਪਹਿਲਾਂ ਹੀ ਇੱਕ ਬੜੇ ਵੱਡੇ ਸੰਘਰਸ਼ ਦੇ ਵਾਸਤੇ ਅੱਗੇ ਵਧਦੇ ਪਏ ਸਨ। ਸੋ ਸਮਾਣੇ ਦੀ ਜੇਕਰ ਗੱਲ ਕਰੀਏ ਤੇ ਇੱਥੇ ਹੁਣ ਜੋ ਹੈ ਕਿਉਂਕਿ ਬੜਾ ਤਗੜਾ ਇੱਕ ਕਿਲ੍ਹਾਨੁਮਾ ਇਹ ਜਿਹੜੀ ਜਗ੍ਹਾ ਸੀਗੀ, ਅੰਦਰ ਵੀ ਜਿਹੜੀਆਂ ਕੋਠੜੀਆਂ ਸੀਗੀਆਂ ਜਾਂ ਜਿਹੜੀਆਂ ਹਵੇਲੀਆਂ ਸੀ ਉਹ ਵੀ ਬੜੀਆਂ ਤਗੜੀਆਂ ਸੀ। ਸੋ ਇੱਥੇ ਆ ਕੇ ਹੁਣ ਜੋ ਉੱਥੋਂ ਦਾ ਫੌਜਦਾਰ ਸੀਗਾ, ਕਿਉਂਕਿ ਕੋਈ ਸੋਚ ਹੀ ਨਹੀਂ ਸੀ ਸਕਦਾ ਕਿ ਸਮਾਣੇ ਦੇ ਉੱਤੇ ਕੋਈ ਹਮਲਾ ਕਰ ਦੇਗਾ। ਉਹਦੇ ਕੋਲ ਆਪਣੀ ਫੌਜ ਸੀਗੀ ਤੇ ਕਿਲ੍ਹਾਨੁਮਾ ਸਾਰਾ ਕੁਝ ਪ੍ਰਬੰਧ ਐਡਾ ਲੰਮਾ ਚੌੜਾ ਉਹਦੇ ਕੋਲ ਸੀ। ਤੇ
ਹੁਣ ਇਧਰੋਂ ਸਿੰਘਾਂ ਨੇ ਐਸਾ ਢੰਗ ਦੇ ਨਾਲ ਕਬੀਲਤਬੰਦੀ ਕੀਤੀ, ਗੁਰਮਤਾ ਕੀਤਾ ਕਿ ਉਹ ਅਜੇ ਸੋਚਾਂ ਵਿਚਾਰਾਂ 'ਚ ਸੀ, ਅਜੇ ਆਪਣੀ ਫੌਜ ਨੂੰ ਸਾਵਧਾਨ ਵੀ ਨਹੀਂ ਸੀ ਕਰ ਸਕਿਆ। ਤੇ ਦਰਵਾਜ਼ੇ ਬੰਦ ਹੋਣ ਤੋਂ ਪਹਿਲਾਂ ਹੀ 10 ਕੋਹ ਤੋਂ ਸਿੰਘਾਂ ਨੇ ਸ਼ੂਟਾਂ ਵੱਟੀਆਂ ਨੇ ਕਿ 10 ਕੋਹ ਦੇ ਉੱਤੇ ਇਹਨਾਂ ਦਾ ਅਸਥਾਨ ਡੇਰਾ ਸੀਗਾ, ਉੱਥੋਂ 10 ਕੋਹ ਤੋਂ ਜਾ ਕੇ ਹਮਲਾ ਕੀਤਾ। ਇੰਨੀ ਫੁਰਤੀ ਦੇ ਨਾਲ ਹਮਲਾ ਕੀਤਾ ਕਿ ਇਸ ਤੋਂ ਪਹਿਲਾਂ ਕਿ ਉਹ ਜਿਹੜੇ ਸੀਗੇ ਸ਼ਹਿਰ ਦੇ ਜਿਹੜੇ ਮੇਨ ਦਰਵਾਜ਼ੇ ਸੀ ਜਾਂ ਕਿਲੇ ਨੂੰਮਾ ਦਰਵਾਜ਼ੇ ਸੀ ਉਹ ਬੰਦ ਕਰ ਪਾਉਂਦੇ, ਸਿੰਘਾਂ ਨੇ ਜਾ ਕੇ ਸਮਾਣੇ ਦੇ ਵਿੱਚ ਅਸੀਂ ਅਟੈਕ ਕਰ ਦਿੱਤਾ। ਸੋ ਸਾਰੇ ਜਿਹੜੇ ਉੱਥੋਂ ਦੇ ਜਿਹੜੇ ਲੋਕ ਸਨ, ਜ਼ਾਲਮ ਸਨ, ਜਿਹੜੇ ਲੋਕਾਂ ਤੇ ਅਤਿਆਚਾਰ ਕਰਦੇ ਸਨ, ਕਿਉਂਕਿ ਹੋਰ ਜਿਹੜੇ ਉਹਨਾਂ ਦੇ ਜ਼ੁਲਮਾਂ ਨੂੰ ਝੱਲ ਝੱਲ ਕੇ ਜਿਹੜੀ ਪ੍ਰਜਾ ਵੀ ਜਿਹੜੀ ਦੁਖੀ ਹੋਈ ਸੀ ਉਹ ਵੀ ਨਾਲ ਅੰਦਰ ਐਂਟਰ ਕਰਦੀ ਹੈ। ਸੋ ਇੱਕ ਬੜਾ ਵੱਡਾ ਹਮਲਾ ਜਿਹੜਾ ਵਾ ਸਮਾਣੇ ਦੇ ਉੱਤੇ ਹੁੰਦਾ। ਉੱਥੇ ਸਿੰਘਾਂ ਨੇ ਜਿਹੜੀਆਂ ਸ਼ਾਸ਼ਲ ਬੇਗ, ਬਾਸ਼ਲ ਬੇਗ ਜਾਂ ਜਲਾਲੂਦੀਨ, ਇਹ ਸਾਰੇ ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਨੇ ਉੱਥੇ ਦਿੱਤੀਆਂ ਜਾਂਦੀਆਂ ਨੇ। ਹੋਰ ਜਿਹੜੇ ਉੱਥੇ ਦੇ ਜ਼ਾਲਮ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਬਹੁਤ ਵੱਡਾ ਜਿਹਨੂੰ ਕਹਿੰਦੇ ਕਤਲੋ ਗਾਰਤ ਹੁੰਦੀ ਹੈ। ਸਮਾਣੇ ਦੇ ਵਿੱਚ ਬਹੁਤ ਵੱਡਾ ਇੱਕ ਭਾਰੀ ਝੜਪਾਂ ਹੁੰਦੀਆਂ ਨੇ ਤੇ ਇਹ ਝੜਪਾਂ ਦੇ ਵਿੱਚ ਬੜਾ ਵੱਡਾ ਨੁਕਸਾਨ ਸਮਾਣੇ ਦਾ ਹੁੰਦਾ। ਜਿਹੜੇ ਧਾੜਵੀ ਹੋਰ ਵੀ ਪਏ ਹੁੰਦੇ ਨੇ ਉਹ ਵੀ ਲੁੱਟਾਂ ਖੋਹਾਂ ਵੀ ਕਰਦੇ ਨੇ, ਅੱਗਾਂ ਵੀ ਲਾ ਦਿੰਦੇ ਨੇ, ਹੋਰ ਵੀ ਬਹੁਤ ਕੁਝ ਇਸ ਢੰਗ ਦਾ ਜਿਹੜਾ ਹੱਲਾ ਹੁੰਦਾ। ਇਸ ਇੱਕ ਅੰਦਾਜ਼ੇ ਮੁਤਾਬਕ ਐਸਾ ਵੀ ਇਤਿਹਾਸਕਾਰ ਲਿਖਦੇ ਨੇ ਕਿ ਸ਼ਾਇਦ 10,000 ਜਿਹੜੇ ਅਸੀਂ ਸਮਾਣੇ ਦੇ ਹੱਲੇ ਦੇ ਵਿੱਚ ਮੌਤਾਂ ਹੋਈਆਂ। ਸੋ ਇਸ ਢੰਗ ਦੇ ਨਾਲ ਇੱਕ ਬੜੀ ਵੱਡੀ ਝੜਪ ਜਿਹੜੀ, ਪਰ ਇੱਕ ਬੜੀ ਅਹਿਮ ਜਿਹੜੀ ਜਿੱਤ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ, ਕਿਉਂਕਿ ਸਮਾਣਾ ਵਜ਼ੀਰ ਖਾਨ ਦਾ ਇੱਕ ਸਭ ਤੋਂ ਵੱਡਾ ਇੱਕ ਸਪੋਰਟਰ ਸੀ, ਜਾਂ ਇੱਥੇ ਮਾਲ ਖਜ਼ਾਨਾ ਵੀ ਬਹੁਤ ਸੀ ਕਿਉਂਕਿ ਸਾਰੇ ਰਈਸ ਲੋਕ ਇੱਥੇ ਸੀ ਜਿਨ੍ਹਾਂ ਨੇ ਲੁੱਟਾਂ ਖੋਹਾਂ ਕਰ ਕਰਕੇ ਆਪਣੇ ਘਰ ਭਰੇ ਹੋਏ ਸੀ। ਸੋ ਉਹਨਾਂ ਜ਼ਾਲਮਾਂ ਨੂੰ ਜਿਹੜਾ ਹੈ ਇੱਥੇ ਦੰਡ ਦਿੱਤਾ ਗਿਆ ਕਿਉਂਕਿ ਇਹ ਖੇਤਰ ਇਵੇਂ ਦੇ ਸੀ, ਜਿਹੜੇ ਖੇਤਰ ਸੀਗੇ ਰਾਜਮੱਧ ਜਿਹੜਾ ਆਪਾਂ ਜਾਣਦੇ ਹਾਂ, ਅੱਜ ਵੀ ਰਾਜਮੱਧ ਬੜਾ ਵੱਡਾ ਹੈ। ਉਸ ਵੇਲੇ ਤਾਂ ਬਿਲਕੁਲ ਹੀ, ਕਿਉਂਕਿ ਮੁਸਲਮਾਨਾਂ ਦਾ ਰਾਜ ਸੀ ਤੇ ਮੁਸਲਮਾਨ ਤਾਂ ਫਿਰ ਸੋਚਦੇ ਸੀ ਵੀ ਅਸੀਂ ਹੀ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ। ਸੋ ਅਤਿਆਚਾਰ ਬਹੁਤ ਹੋ ਰਿਹਾ ਸੀ, ਜਿਹੜੀ ਪ੍ਰਜਾ ਸੀ ਉਹ ਬੜੀ ਦੁਖੀ ਸੀ ਉਸ ਵੇਲੇ ਦੀ। ਸੋ ਦੁਖੀ ਪ੍ਰਜਾ ਵੀ ਜਿਹੜੀ ਉਹਨਾਂ ਨੇ ਵੀ ਆਪਣੇ ਪਿਛਲੇ ਜਿਹਨੂੰ ਕਹਿ ਦਿੰਦੇ ਭਾਂਗੇ 'ਚ ਪੂਰੇ ਉਤਾਰੇ। ਸੋ ਸਮਾਣੇ ਦੇ ਉੱਤੇ ਜਿਹੜੀ ਆ ਇੱਕ ਬੜੀ ਵੱਡੀ ਜਿੱਤ ਜਿਹੜੀ ਸੀ ਉਹ ਦਰਜ ਹੋਈ। ਇੱਥੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ ਵੀ ਜਿਹੜੇ ਸੀ ਉਹ ਸਿੰਘਾਂ ਨੂੰ ਪ੍ਰਾਪਤ ਹੋਏ, ਖਜ਼ਾਨੇ ਵੀ ਮਿਲੇ ਹੋਰ ਵੀ। ਤੇ ਇਹਦੇ ਨਾਲ ਹੀ ਨਾਲ ਜਿਹੜਾ ਇੱਕ ਜਿਹੜਾ ਉਹ ਸੁਨੇਹਾ ਜਿਹੜਾ ਉਹ ਭੇਜਣਾ ਚਾਹੁੰਦੇ ਸੀ, ਉਹ ਸੁਨੇਹਾ ਵੀ ਵਜ਼ੀਰ ਖਾਨ ਨੂੰ ਪਹੁੰਚ ਗਿਆ ਕਿ ਬੰਦਾ ਸਿੰਘ ਬਹਾਦਰ ਆ ਰਿਹਾ ਹੈ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਪਰਥਾਏ ਇਹਨਾਂ ਲੋਕਾਂ ਦੇ ਵਿੱਚ ਇੱਕ ਬੜੀ ਦਹਿਸ਼ਤ ਸੀਗੀ। ਇਤਿਹਾਸ ਦੇ ਕੁਝ ਸਰੋਤਾਂ ਤੋਂ ਸਾਨੂੰ ਇਹ ਪ੍ਰਾਪਤ ਹੁੰਦਾ ਹੈ, ਕਿਉਂਕਿ ਸਾਰੇ ਆਪਾਂ ਜਾਣਦੇ ਕਿ ਮਾਧੋ ਦਾਸ ਵੈਰਾਗੀ ਜਿਹੜਾ ਉਹਦਾ ਆਪਣਾ ਹੀ ਬੜਾ ਇੱਕ ਨਾਂ ਸੀ, ਲੋਕੀ ਇਲਾਕਾ ਸਾਰਾ ਉਹਦੇ ਤੋਂ ਥਰ ਥਰ ਕੰਬਦਾ ਸੀ। ਤੇ ਇਹਨਾਂ ਨੂੰ ਹੁਣ ਕਿਉਂਕਿ ਗਾਂ ਦੀ ਗਾਂ ਜਦੋਂ ਇਹਨਾਂ ਤੱਕ ਗੱਲਾਂ ਪਹੁੰਚੀਆਂ ਤੇ ਇਹਨਾਂ ਨੂੰ ਹੋਇਆ ਕਿ ਉਸ ਮਾਧੋ ਦਾਸ ਵੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਨੇ ਹੋਰ ਫੌਲਾਦ ਵਰਗਾ ਤਗੜਾ ਕਰਕੇ ਤੇ ਇੱਧਰ ਨੂੰ ਭੇਜਿਆ ਤੇ ਉਹਦੇ ਕੋਲ ਬੜੀਆਂ ਕਰਾਮਾਤਾਂ ਨੇ, ਬੜੀਆਂ ਸ਼ਕਤੀਆਂ। ਉਹ ਤਾਂ ਕਹਿੰਦੇ ਸੀ ਵੀ ਬੰਦਾ ਬਹਾਦਰ ਕੀ ਹੈ, ਇਹ ਤਾਂ ਇੱਕ ਬਲਾ ਹੀ ਆ ਗਈ ਹੈ। ਸੋ ਇੱਦਾਂ ਦੇ ਲੋਕ ਜਿਹੜੇ ਸੀ, ਜਿਹੜੇ ਦੂਜੇ ਵਿਰੋਧੀ ਸੀਗੇ, ਉਹਨਾਂ ਨੇ ਇੱਦਾਂ ਦੇ ਅਲਫਾਜ਼ ਵਰਤਣੇ ਸ਼ੁਰੂ ਕੀਤੇ। ਉਹਨਾਂ ਨੂੰ ਲੱਗਦਾ ਸੀ ਕਿ ਇਹ ਚੱਖਰ ਹਨੇਰੀਆਂ ਕੁਝ ਵੀ ਕਰ ਸਕਦਾ, ਇਹਦੇ ਬਹੁਤ ਕੁਝ ਇਹਨੇ ਵੱਸ ਕੀਤਾ ਹੋਇਆ। ਸੋ ਇਸ ਢੰਗ ਦੇ ਨਾਲ ਉਹਦੀ ਦਹਿਸ਼ਤ ਜਿਹੜੀ ਸੀ ਉਹ ਬਣੀ ਹੋਈ ਸੀ, ਇਲਾਕੇ ਦੇ ਵਿੱਚ ਹੋਰ ਵੱਧਦੀ ਗਈ। ਇੱਥੇ ਹੁਣ ਲੋਕਾਂ ਦੇ ਵਿੱਚ ਲੋਕਪ੍ਰਿਯਤਾ ਵੱਧਦੀ ਪਈ ਹੈ। ਦੋ ਗੱਲਾਂ ਸੰਗਤ ਜੀ ਇੱਥੇ ਸਾਡੇ ਸਾਹਮਣੇ ਆਉਂਦੀਆਂ। ਦੁਸ਼ਮਣ ਜਿਹੜੇ ਨੇ ਭੈਭੀਤ ਹੋ ਰਹੇ ਨੇ, ਆਮ ਪਬਲਿਕ ਜਿਹੜੀ ਆ ਉਹ ਖੁਸ਼ ਹੋ ਰਹੀ ਆ, ਕਿਉਂਕਿ ਜਦੋਂ ਇਸ ਇਲਾਕੇ ਦੇ ਵਿੱਚ ਹੁਣ ਇਸ ਢੰਗ ਦੇ ਨਾਲ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੱਲਾ ਫੇਰ ਕੇ ਫਿਰ ਇਲਾਕੇ ਦੇ ਵਿੱਚ ਕਹਿ ਦਿੱਤਾ ਸੀ ਕਿ ਕੋਈ ਵੀ ਦੀਨ ਦੁਖੀ ਜਿਹੜਾ ਉਹ ਆਣ ਕੇ ਸਾਡੀ ਸ਼ਰਨ ਲੈ ਸਕਦਾ, ਉਹਦੀ ਮਦਦ ਕੀਤੀ ਜਾਏਗੀ। ਦੀਨ ਦੁਖੀਆਂ ਦੀ ਮਦਦ ਕਰਨ ਵਾਸਤੇ ਅਸੀਂ ਆਏ ਹਾਂ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਇਸ ਕਾਰਜ ਦੇ ਵਾਸਤੇ ਭੇਜਿਆ। ਸੋ ਇਸ ਢੰਗ ਦੇ ਨਾਲ ਜਿਹੜੇ ਸੀ ਇਲਾਕਾ ਜਿਹੜਾ ਸੀ ਉਹ ਸ਼ਰਨ ਆਉਣਾ ਸ਼ੁਰੂ ਹੋ ਗਿਆ। ਲੋਕਾਂ ਦੇ ਵਿੱਚ ਜਿਹੜੀ ਸੀ ਉਹ ਜਿਵੇਂ ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਗਈ, ਸੰਗਤਾਂ ਹੁੰਦੀਆਂ। ਇਤਿਹਾਸ ਦੇ ਵਿੱਚ ਐਸੇ ਵੀ ਜ਼ਿਕਰ ਮਿਲਦੇ ਨੇ, ਕਿਉਂਕਿ ਇੱਕ ਧਾਰਮਿਕ ਹਸਤੀ ਦੇ ਰੂਪ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਤਾਪ ਜਿਹੜਾ ਸੀ ਉਹ ਵਧਣਾ ਸ਼ੁਰੂ ਹੋ ਗਿਆ। ਕੋਈ ਦੁੱਧ ਪੁੱਤ ਮੰਗਣ ਵਾਲੇ, ਕੋਈ ਹੋਰ ਆਪਣੇ ਦੁੱਖ ਤਕਲੀਫਾਂ ਵਾਲੇ ਆਉਂਦੇ, ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਵੀ ਅਰਦਾਸ ਕਰਦੇ, ਉਹਨਾਂ ਤੇ ਵੀ ਮਿਹਰਾਂ ਹੁੰਦੀਆਂ
ਤੇ ਜਿਵੇਂ ਆਪਾਂ ਪਿੱਛੇ ਵੀ ਗੱਲ ਕੀਤੀ, ਹੁਣ ਤਾਂ ਖਜ਼ਾਨੇ ਹੀ ਵੱਡੇ ਹੋ ਗਏ ਸੀ, ਸੋ ਜਿਹੜਾ ਵੀ ਕੋਈ ਦੀਨ ਦੁਖੀ ਆਉਂਦਾ ਉਹਨੂੰ ਇੱਕ ਮੋਹਰ ਸੋਨੇ ਦੀ ਦੇ ਦਿੰਦੇ। ਸੋ ਇਸ ਢੰਗ ਦੇ ਨਾਲ ਆਲੇ ਦੁਆਲੇ ਬੜੀ ਜੈ-ਜੈਕਾਰ ਜਿਹੜੀ ਸੀ ਉਹ ਸਿੰਘਾਂ ਦੀ ਸ਼ੁਰੂ ਹੋ ਗਈ। ਲੋਕ ਜੁੜਨੇ ਸ਼ੁਰੂ ਹੋ ਗਏ। ਜਦੋਂ ਚੜ੍ਹਦੀ ਕਲਾ ਹੁੰਦੀ ਹੈ, ਫਿਰ ਕੁਦਰਤੀ ਹੁੰਦਾ ਕਿ ਆਲੇ ਦੁਆਲੇ ਤੋਂ ਜਿਹੜੇ ਲੋਕ ਨੇ ਉਸ ਚੀਜ਼ ਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਨੇ। ਤੇ ਨਾਲ ਹੀ ਨਾਲ, ਕਿਉਂਕਿ ਇੱਕ ਸਾਂਝਾ ਜ਼ਖਮ ਸੀਗਾ, ਜਿਹੜਾ ਰਿਸ ਦਾ ਜ਼ਖਮ ਸੀਗਾ, ਉਹ ਸਭ ਦੇ ਮਨਾਂ ਦੇ ਵਿੱਚ ਸੀ ਕਿ ਸਰਹੰਦ ਤੇ ਵਜ਼ੀਰ ਖਾਨ ਜਿਹੜਾ ਉਹਨੂੰ ਉਹਦੇ ਕੀਤੇ ਦੀ ਸਜ਼ਾ ਦੇਣੀ ਹੈ। ਇੱਕ ਸਾਂਝਾ ਸਭ ਦੇ ਅੰਦਰ ਸੱਲ ਸੀਗਾ। ਜਦੋਂ ਕਈ ਵਾਰੀ ਆਪਾਂ ਪਹਿਲਾਂ ਵੀ ਵਿਚਾਰਿਆ ਕਿ ਉਸ ਖੇਤਰ ਦੇ ਲੋਕ ਜਿਹੜੇ ਸੀ ਉਹ ਵੀ ਵਿਉਂਤਾਂ ਬਣਾਉਂਦੇ ਰਹੇ। ਸਰਹੰਦ ਦੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਗੁਰਸਿੱਖ ਸੀ, ਉਹਨਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਕਿ ਕਿਸੇ ਢੰਗ ਦੇ ਨਾਲ ਵਜ਼ੀਰ ਖਾਨ ਨੂੰ ਖਤਮ ਕੀਤਾ ਜਾਏ, ਉਹਨੂੰ ਸਜ਼ਾਵਾਂ ਦਿੱਤੀਆਂ ਜਾਣ, ਪਰ ਉਹ ਉਸ ਦੇ ਵਿੱਚ ਪੂਰੇ ਕਾਮਯਾਬ ਨਾ ਹੋ ਸਕੇ। ਪਰ ਇੱਥੇ ਹੁਣ ਕਿਉਂਕਿ ਸਮਾਣਾ ਜਦੋਂ ਸਿੰਘਾਂ ਨੇ ਜਿੱਤਿਆ ਤਾਂ ਹੁਣ ਸਿੰਘਾਂ ਦੀ ਸ਼ਕਤੀ ਹੋਰ ਵੱਡੀ ਹੋ ਗਈ। ਉਧਰ ਹੁਣ ਵਜ਼ੀਰ ਖਾਨ ਤੱਕ ਵੀ ਇਹ ਖਬਰਾਂ ਪਹੁੰਚੀਆਂ ਕਿ ਸਮਾਣਾ ਜਿੱਤ ਲਿਆ। ਤਾਂ ਇੱਕ ਬੜੀ ਵੱਡੀ ਘਟਨਾ ਸੀ। ਉਹਦਾ ਹੁਣ ਦਿਲ ਦਹਿਲਣਾ ਸ਼ੁਰੂ ਹੋ ਗਿਆ। ਜਿੱਥੇ ਪਹਿਲਾਂ ਟੀਚਰਾਂ ਕਰਦਾ ਸੀ ਨਾ, ਭਾਈ ਆਲੀ ਸਿੰਘ ਦੇ ਨਾਲ ਜਿਹੜੀ ਉਹਨੇ ਟੀਚਰ ਕੀਤੀ ਸੀ, ਤੇ ਉਹ ਟੀਚਰ ਜਿਹੜੀ ਸੀ ਉਹ ਹੁਣ ਉਹਨੂੰ ਲੱਗ ਰਿਹਾ ਸੀ ਕਿ ਇਹ ਤਾਂ ਕੋਈ ਗੱਲ ਹੋਰ ਹੁੰਦੀ ਪਈ ਹੈ। ਮੈਂ ਤਾਂ ਇਹਨੂੰ ਮਜ਼ਾਕ ਹੀ ਸਮਝਿਆ ਸੀ, ਪਰ ਇਹ ਤਾਂ ਕੋਈ ਗੱਲ ਹੋਰ ਹੋ ਰਹੀ ਹੈ। ਇੱਕ ਗੱਲ ਹੋਰ ਇੱਥੇ ਸੰਗਤ ਜੀ, ਇੱਕ ਜੰਗੀ ਨੁਕਤੇ ਤੋਂ ਦੇਖਿਆ ਜਾਏ ਨਾ, ਤਾਂ ਭਾਈ ਆਲੀ ਸਿੰਘ ਦਾ ਉੱਥੇ ਪਹੁੰਚਣਾ, ਭਾਈ ਮਾਲੀ ਸਿੰਘ ਦਾ ਉੱਥੇ ਪਹੁੰਚਣਾ, ਕਿਉਂਕਿ ਇਹ ਅੰਦਰ ਦੇ ਬੰਦੇ ਸੀ, ਇਹਨਾਂ ਕੋਲ ਸਾਰੇ ਭੇਤ ਸੀ, ਕਿਉਂਕਿ ਇਹ ਉਹਨਾਂ ਦੇ ਸਰਹੰਦ ਦੇ ਵਿੱਚ ਵਜ਼ੀਰ ਖਾਨ ਦੀ ਨੌਕਰੀ ਕਰਦੇ ਸੀ। ਸੋ ਜਿਹੜਾ ਅੰਦਰ ਦਾ ਬੰਦਾ ਹੁੰਦਾ ਉਹਦੇ ਕੋਲ ਸਾਰੇ ਭੇਤ ਹੁੰਦੇ ਨੇ, ਕਿੱਥੇ ਕੀ ਹੁੰਦਾ, ਕਿੱਥੇ ਕੀ ਹੈ, ਕਿਵੇਂ ਦਾ, ਸਾਰੀ ਜਾਣਕਾਰੀ ਇਹਨਾਂ ਕੋਲ ਮੌਜੂਦ ਸੀ। ਸੋ ਇਹਨਾਂ ਦਾ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਜਾਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਸੀਗੀ ਉਹਨਾਂ ਨੂੰ ਜਾਣਕਾਰੀ ਜਿਹੜੀ ਚਾਹੀਦੀ ਹੁੰਦੀ ਹੈ ਕਿਸੇ ਵੀ ਜੰਗ ਦੇ ਵਿੱਚ, ਕਿਉਂਕਿ ਅਗਲੇ ਪਾਸੇ ਦੀ ਜਾਣਕਾਰੀ ਆਪਾਂ ਜਾਣਦੇ ਹਾਂ ਕਿ ਬਹੁਤ ਸਾਰੇ ਜਸੂਸ ਛੱਡੇ ਜਾਂਦੇ ਨੇ ਇਹਨਾਂ ਕੰਮਾਂ ਦੇ ਵਾਸਤੇ। ਸੋ ਇਹਨਾਂ ਦੇ ਕੋਲ ਇਸ ਢੰਗ ਦੇ ਨਾਲ ਆਉਣਾ ਤੇ ਇੱਕ ਸ਼ਕਤੀ ਜਿਹੜੀ ਉਹਦਾ ਮਜ਼ਬੂਤ ਹੋਣਾ, ਤੇ ਇਹਨਾਂ ਸਾਰਿਆਂ ਦੇ ਮਨੋਬਲ ਜਿਹੜੇ ਵਧਣੇ, ਕਿਉਂਕਿ ਜਿਹੜੇ ਇੱਧਰੋਂ ਵੀ ਆਏ ਸੀਗੇ ਸਾਰੇ ਚੱਲ ਕਰਕੇ ਪੰਜਾਬ ਵੱਲੋਂ ਵੀ, ਉਹਨਾਂ ਦੇ ਮਨਾਂ ਦੇ ਵਿੱਚ ਵੀ ਇੱਕ ਬੜੀ ਹੀ ਹੋਰ ਚੜ੍ਹਦੀ ਕਲਾ ਹੋਈ। ਇਹਦੇ ਨਾਲ ਹੀ ਨਾਲ ਜਿਹੜੀ ਸਮਾਣੇ ਦੀ ਜਿਹੜੀ ਜੰਗ ਆ, ਇਹਦੇ ਵਿੱਚ ਬਾਬਾ ਫਤਿਹ ਸਿੰਘ ਜਿਹੜੇ ਨੇ ਉਹਨਾਂ ਨੇ ਇੱਕ ਬੜਾ ਅਹਿਮ ਰੋਲ ਜਿਹੜਾ ਇੱਥੇ ਅਦਾ ਕੀਤਾ। ਇਹ ਜੇ ਆਪਾਂ ਦੇਖੀਏ ਤਾਂ ਭਾਈ ਭਗਤੂ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਭਾਈ ਫਤਿਹ ਸਿੰਘ ਸੀਗੇ। ਸੋ ਭਾਈ ਫਤਿਹ ਸਿੰਘ ਨੇ ਬੜੀ ਸੂਰਬੀਰਤਾ ਦੇ ਨਾਲ ਜਿਹੜਾ ਇਹ ਹੱਲਾ ਜਿਹੜਾ ਕੀਤਾ ਸੀ, ਉਹਦੇ ਵਿੱਚ ਬੜੀ ਸੂਰਬੀਰਤਾ ਦਿਖਾਈ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਉਹ ਦਰਿਆ ਦਿਲ ਸੀ, ਉਹ ਬੜੇ ਹੀ ਖੁੱਲ੍ਹ ਦਿਲੇ ਸਨ, ਤੇ ਉਹਨਾਂ ਨੇ ਭਾਈ ਫਤਿਹ ਸਿੰਘ ਦੀ ਉਸ ਬਹਾਦਰੀ ਨੂੰ ਉਹਨੂੰ ਰਿਵਾਰਡ ਦਿੱਤਾ ਕਹਿ ਲਈਏ। ਉਹਨਾਂ ਨੂੰ ਉੱਥੋਂ ਦਾ ਫੌਜਦਾਰ ਜਿਹੜਾ ਸੀਗਾ ਉਹ ਸਮਾਣੇ ਦਾ ਨਿਯੁਕਤ ਕਰ ਦਿੱਤਾ। ਸੋ ਇਸ ਢੰਗ ਦੇ ਨਾਲ ਆਪਣੀ ਜਿਹੜੀ ਉਹ ਤਾਕਤ ਸੀ ਉਹਨੂੰ ਜਥੇਬੰਦ ਵੀ ਕਰਦੇ ਆ ਰਹੇ ਸੀ। ਸੋ ਜਿੱਥੇ ਵੀ ਕੋਈ, ਜਿਵੇਂ ਆਪਾਂ ਪਿੱਛੇ ਗੱਲ ਕੀਤੀ ਕੈਥਲ ਦੇ ਵਿੱਚ, ਉੱਥੋਂ ਦਾ ਜਿਹੜਾ ਆਲਮ ਸੀਗਾ ਉਹਨੂੰ ਹੀ ਭਾਵੇਂ ਫਿਰ ਅੱਗੋਂ ਡਿਊਟੀ ਦੇ ਦਿੱਤੀ ਸੀ, ਪਰ ਆਪਣੇ ਨਾਲ ਸਿੰਘ ਉੱਥੇ ਉਹਨਾਂ ਨੇ ਛੱਡ ਦਿੱਤੇ ਸੀ ਤਾਂ ਕਿ ਆਪਣਾ ਅਧਿਕਾਰ ਖੇਤਰ ਜਿਹੜਾ ਉਹ ਵੀ ਵੱਧਦਾ ਜਾਏ। ਕਿਉਂਕਿ ਜਿੱਥੇ ਜ਼ੁਲਮ ਨੂੰ ਖਤਮ ਕਰਨਾ, ਉੱਥੇ ਆਪਣੀ ਤਾਕਤ ਜਿਹੜੀ ਉਹ ਤਗੜੀ ਹੋਏਗੀ ਤੇ ਫਿਰ ਹੀ ਜ਼ੁਲਮ ਦਾ ਜਿਹੜਾ ਟਾਕਰਾ ਉਹ ਕੀਤਾ ਜਾ ਸਕਦਾ। ਸੋ ਇਸ ਢੰਗ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਬੜੀ ਨੀਤੀ ਦੇ ਨਾਲ ਤੇ ਬੜੇ ਸਹਿਜ ਦੇ ਨਾਲ ਚੱਲਦੇ ਪਏ ਸੀ। ਬਹੁਤ ਇੱਕਦਮ ਕੋਈ ਇਹ ਨਹੀਂ ਸੀ ਕਿ ਸਿੱਧਾ ਹੱਲਾ ਕਰਨਾ ਜਾਂ ਕਿਵੇਂ ਕਰਨਾ। ਉਹ ਜਿਵੇਂ ਹਰ ਗੱਲ ਨੂੰ ਬੜਾ ਸੋਚ ਕੇ ਜੋ ਕਦਮ ਪੁੱਟਣ ਵਾਲੀ ਜਿਹੜੀ ਗੱਲ ਹੈ ਉਹ ਉਸ ਦੇ ਹਿਸਾਬ ਦੇ ਨਾਲ ਚੱਲ ਰਹੇ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਹੁਤ ਸਾਰੀਆਂ ਨਸੀਹਤਾਂ ਵੀ ਦੇ ਕੇ ਭੇਜਿਆ ਹੋਇਆ ਸੀ, ਤੇ ਉਸ ਢੰਗ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਸਲਾਹਕਾਰ ਜਿਹੜੇ ਗੁਰੂ ਕਲਗੀਧਰ ਨੇ ਆਪਣੇ 5 ਦੁਲਾਰੇ ਜਿਹੜੇ ਭੇਜੇ ਹੋਏ ਸਨ, ਭਾਈ ਵਿਨੋਦ ਸਿੰਘ ਜੀ, ਭਾਈ ਕਾਹਨ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਰਣ ਸਿੰਘ ਜੀ, ਇਹ ਸਾਰੇ ਫਿਰ ਮਿਲ ਕੇ ਆਪਸ 'ਚ ਮਤੇ ਵੀ ਪਕਾਉਂਦੇ ਸੀ ਵੀ ਹੁਣ ਅੱਗੋਂ ਕਿਵੇਂ ਕਰਨਾ, ਕੀ ਨੀਤੀ ਅਪਣਾਈ ਜਾਏ। ਸੋ ਇਸ ਢੰਗ ਦੇ ਨਾਲ ਹੁਣ ਭਾਈ ਫਤਿਹ ਸਿੰਘ ਨੂੰ ਉੱਥੋਂ ਦਾ ਫੌਜਦਾਰ ਨਿਯੁਕਤ ਕੀਤਾ ਗਿਆ। ਆਲੇ ਦੁਆਲੇ ਦੇ ਜਿਹੜੇ ਖੇਤਰ ਸੀਗੇ ਉਹਨਾਂ ਦੇ ਵਿੱਚ ਵੀ ਜਿੱਥੋਂ ਕੋਈ ਕੰਪਲੇਂਟ ਆਉਂਦੀ ਸੀ ਕਿਸੇ ਢੰਗ ਦੀ ਕਿ ਜਿੱਥੇ ਕੋਈ ਅਤਿਆਚਾਰ ਹੋ ਰਿਹਾ, ਕੋਈ ਜ਼ੁਲਮ ਹੋ ਰਿਹਾ, ਸੋ ਉਸ ਦੇ ਪਰਥਾਏ ਵੀ ਕਾਰਵਾਈਆਂ ਜਿਹੜੀਆਂ ਨੇ ਅੱਗੋਂ ਇੱਥੇ ਕੀਤੀਆਂ ਜਾ ਰਹੀਆਂ ਸੀ। ਸੋ ਆਪਣਾ ਇਹਨੂੰ ਕਹਿ ਲਈਏ ਨਾ ਕਿ ਸੰਭਲ ਕੇ ਪੈਰ ਧਰਨ ਵਾਲੀ ਜਿਹੜੀ ਨੀਤੀ ਸੀ ਉਹਦੇ ਨਾਲ ਚੱਲ ਰਹੇ ਸੀ। ਉਧਰ ਦੂਜੇ ਪਾਸੇ ਵੀ ਜਿਹੜੀ ਆਪਾਂ ਗੱਲ ਕਰੀਏ
ਤੇ ਰੋਪੜ ਦੇ ਨੇੜੇ ਕੀਰਤਪੁਰ ਸਾਹਿਬ ਦੇ ਨੇੜੇ ਜਿਹੜੇ ਸੀ ਸਿੰਘ ਉਹ ਸਤਲੁਜ ਦੇ ਦੂਸਰੇ ਪਾਸੇ ਜਿਹੜੇ ਸੀ ਉਹ ਇਕੱਤਰ ਹੋਏ ਪਏ ਸੀ, ਜਿਹੜੇ ਮਾਝੇ ਤੋਂ ਤੇ ਦੁਆਬੇ ਦੇ ਆਏ ਹੋਏ ਸੀਗੇ। ਸੋ ਇਸ ਤੋਂ ਅਗਲਾ ਇਤਿਹਾਸ, ਕਿਉਂਕਿ ਇਤਿਹਾਸ ਲੰਬੇਰਾ, ਸੋ ਆਪਾਂ ਥੋੜਾ ਜਿਹਾ ਸਹਿਜ ਨਾਲ ਚੱਲਦੇ ਹਾਂ, ਕਿਉਂਕਿ ਆਮ ਤੌਰ ਤੇ ਹੁੰਦਾ ਕਿ ਅੱਧੇ ਕੁ ਘੰਟੇ ਦੇ ਵਿੱਚ ਸਾਰੀ ਗਾਥਾ ਸੁਣਾ ਦਿੱਤੀ ਜਾਂਦੀ ਹੈ, ਪਰ ਜੇ ਥੋੜਾ ਸਹਿਜ ਨਾਲ ਚੱਲਾਂਗੇ ਤੇ ਜਿਹੜੇ ਲੁਕੇ ਛਿਪੇ ਜਿਹੜੇ ਤੱਥ ਨੇ ਉਹ ਵੀ ਖੁੱਲ ਕੇ ਸਾਹਮਣੇ ਆਉਣਗੇ। ਉਹਦੇ ਨਾਲ ਸਾਨੂੰ ਹੋਰ ਆਨੰਦ ਪ੍ਰਾਪਤ ਹੋਏਗਾ, ਨਾਲ ਸਾਨੂੰ ਪਤਾ ਲੱਗੇਗਾ ਕਿ ਚੱਪੜਚਿੜੀ ਦੀ ਜੰਗ ਜਿਹੜੀ ਜਿੱਤੀ ਗਈ ਸੀ ਉਹ ਕਿਵੇਂ ਜਿੱਤੀ ਗਈ ਸੀ, ਉਹਦੇ ਵਿੱਚ ਕਿਹੜੀ ਭਾਵਨਾ ਸੀ ਕਿ ਜਿਹਨੇ ਜ਼ਾਲਮਾਂ ਦੀਆਂ ਜੜ੍ਹਾਂ ਉਖੇੜ ਸੁੱਟੀਆਂ ਸੀ। ਸੋ ਇਹ ਵਿਚਾਰ ਆਪਾਂ ਅੱਗੇ ਜਾਰੀ ਰੱਖਾਂਗੇ। ਫਤਿਹ ਅਰਜ਼ ਕਰਦੇ ਹੋਏ ਆਪਾਂ ਸੋ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।